ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਦੇ ਸਵੇਰ ਦੇ ਪ੍ਰਬੰਧ ਵਿੱਚ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ, ਜਿਹੜੇ ਕਿ ਸਿੱਖ ਚੈਨਲ ਦੇ ਨਾਲ ਜੁੜੇ ਰਹਿੰਦੇ ਨੇ ਔਰ ਦੁਨੀਆ ਦੀ ਦੇਸ਼ ਵਿਦੇਸ਼ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਹਰ ਵੀਰਵਾਰ ਦੀ ਸਵੇਰ ਨੂੰ ਬ੍ਰੇਕਫਾਸਟ ਸ਼ੋ। ਤੇ ਨਾਲ ਦੀ ਨਾਲ ਹੋਰ ਜਿਹੜੇ ਦਿਨ ਵੀ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਭਾਂਤ ਜਿਹੜੀ ਜਾਣਕਾਰੀ ਹੈ ਦੁਨੀਆ ਦੀ ਉਹ ਦਿੱਤੀ ਜਾਂਦੀ ਆ। ਖਾਸ ਤੌਰ ਤੇ ਬਰਤਾਨੀਆ ਦੇ ਸ਼ਹਿਰਾਂ ਦੇ ਵਿੱਚ ਕਿੱਥੇ ਕਿੱਥੇ ਕੀ ਹੋ ਰਿਹਾ ਹੈ, ਇਹ ਜਿਹੜੀ ਖਬਰਸਾਰ ਤੁਹਾਨੂੰ ਅਸੀਂ ਦੱਸਦੇ ਹੀ ਰਹਿੰਦੇ ਆ। ਸੋ ਜਿੰਨੇ ਵੀ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਨੇ ਬੜੇ ਲੰਬੇ ਸਮੇਂ ਤੋਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਦੀ ਸਵੇਰ ਦੇ ਵਿੱਚ ਜੋ ਤੁਹਾਡੇ ਵਾਸਤੇ ਜਾਣਕਾਰੀ ਅਸੀਂ ਲੈ ਕੇ ਆਏ ਹਾਂ, ਜਿਵੇਂ ਗੱਲ ਕਰਦੇ ਹਾਂ ਕਿ ਜਦੋਂ ਵੀ ਦਿਨ ਚੜ੍ਹਦਾ ਹੈ ਸਾਡੀਆਂ ਕੁਝ ਰੀਝਾਂ, ਸਾਡੀਆਂ ਉਮੰਗਾਂ ਜਾਗਦੀਆਂ ਹਨ। ਕੁਝ ਚਾਅ ਵੀ ਹੁੰਦੇ ਨੇ, ਕੁਝ ਖੁਸ਼ੀਆਂ ਵੀ ਹੁੰਦੀਆਂ ਨੇ, ਕੁਝ ਡਰ ਵੀ ਹੁੰਦੇ ਨੇ। ਡਰ ਜਿਹੜੇ ਕਿ ਦੁਨੀਆ ਦੇ ਉੱਤੇ ਬਹੁਤ ਤਰੀਕਿਆਂ ਦੇ ਨਾਲ ਕੁਝ ਕੁਦਰਤੀ ਡਰ ਨੇ ਜਾਂ ਕੁਝ ਮਨੁੱਖੀ ਲੋਕਾਂ ਨੇ ਪੈਦਾ ਕੀਤੇ ਹੋਏ, ਜਿਹੜੇ ਮਨੁੱਖ ਦੇ ਪੈਦਾ ਕੀਤੇ ਹੋਏ ਡਰ ਹੁੰਦੇ ਨੇ, ਉਹ ਵੀ ਡਰ ਹੁੰਦੇ ਨੇ। ਸੋ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਿਲਸਿਲਾ ਸੰਜੋਗ ਵਿਜੋਗ ਤੋਂ ਕਾਰ ਚਲਾਵੇ ਲਿਖੇ ਆਵੇ ਭਾਗ, ਇਹ ਜੋ ਵੀ ਕਹਿੰਦੇ ਨੇ ਸੰਜੋਗ ਵਿਜੋਗ ਹੈ, ਉਹਦੇ ਨਾਲ ਹੀ ਸਾਰਾ ਜਿਹੜਾ ਦੁਨੀਆ ਦੀ ਕਾਰਵਾਈ ਚੱਲਦੀ ਰਹਿੰਦੀ ਹੈ। ਗੱਲ ਕਰਦੇ ਹਾਂ ਕਿ ਮੌਸਮ ਬਹੁਤ ਲੰਬੇ ਸਮੇਂ ਤੋਂ ਸੋਹਣਾ ਚੱਲ ਰਿਹਾ ਹੈ ਬਰਤਾਨੀਆ ਦਾ, ਔਰ ਬਹੁਤ ਸਾਰੇ ਲੋਕ ਨੇ ਜਿਹੜੇ ਕਰੋਨਾ ਤੋਂ ਬਾਅਦ ਉਹ ਖੁਸ਼ੀਆਂ ਮਾਰ ਰਹੇ ਨੇ, ਇਕੱਠੇ ਹੋ ਰਹੇ ਨੇ, ਮੇਲਿਆਂ ਦੇ ਉੱਤੇ ਜੁੜ ਰਹੇ ਨੇ, ਮੇਲਿਆਂ ਉੱਤੇ ਭੀੜਾਂ ਲੱਗ ਰਹੀਆਂ ਨੇ। ਔਰ ਖੇਡ ਦੇ ਮੈਦਾਨਾਂ ਦੇ ਵਿੱਚ ਜਿੱਧਰ ਫੁੱਟਬਾਲ ਵੀ ਹੁਣ ਸ਼ੁਰੂ ਹੋ ਗਿਆ ਹੈ, ਬਰਤਾਨੀਆ ਦੀ ਜਿਹੜੀ ਕੌਮੀ ਖੇਡ ਜਿਹਨੂੰ ਅਸੀਂ ਕਹਿ ਸਕਦੇ ਹਾਂ, ਤੇ ਜਿਹੜੀ ਪੰਜਾਬੀਆਂ ਦੀ ਕੌਮੀ ਖੇਡ ਹੈ ਉਹ ਕਬੱਡੀ ਨੇ ਵੀ ਆਪਣੇ ਆਪਣੇ ਜੌਹਰ ਦਿਖਾਣੇ ਸ਼ੁਰੂ ਕਰ ਦਿੱਤੇ ਆ। ਸੋ ਗੱਲ ਕਰਦੇ ਹਾਂ ਕਿ ਮੇਲੇ ਵੀ ਲੱਗ ਰਹੇ ਨੇ। ਸਿੱਖ ਚੈਨਲ ਦੀ ਟੀਮ ਹੁਣੇ ਬੈਲਫਾਸਟ ਜਾ ਕੇ ਆਈ ਹੈ। ਬੈਲਫਾਸਟ ਦੇ ਵਿੱਚ ਮੇਲਾ, ਇੱਕ ਬਹੁਤ ਭਰਵਾਂ ਮੇਲਾ ਦੇਖਣ ਨੂੰ ਮਿਲਿਆ। 2 ਸਾਲ ਤੋਂ ਬਾਅਦ ਲੋਕਾਂ ਨੂੰ ਆਜ਼ਾਦੀ ਜਾਂ ਸੁੱਖ ਦਾ ਸਾਹ ਮਿਲਿਆ, ਜਿਹਦੇ ਵਿੱਚ ਬਹੁਤ ਤਰ੍ਹਾਂ ਦੇ ਰੰਗ ਬਰੰਗੇ ਲੋਕਾਂ ਨੇ ਆ ਕੇ ਉਹਦੇ ਵਿੱਚ ਸ਼ਮੂਲੀਅਤ ਕੀਤੀ, ਸ਼ਿਰਕਤ ਕੀਤੀ। ਵਾਕਿਆ ਹੀ ਲੱਗਦਾ ਹੈ ਕਿ ਹੁਣ ਜਿਹੜੇ ਲੋਕ ਨੇ ਉਹ ਆਪਸ ਵਿੱਚ ਖੁਸ਼ੀ ਮਹਿਸੂਸ ਕਰਦੇ ਨੇ। ਔਰ ਇਹਨਾਂ ਮੇਲਿਆਂ ਦਾ ਇੱਕ ਹੋਰ ਵੀ, ਜੇ ਅਸੀਂ ਇਹਨਾਂ ਦਾ ਬੈਨੀਫਿਟ ਦੇਖੀਏ ਜਾਂ ਫਾਇਦਾ ਦੇਖੀਏ ਸਾਡੀਆਂ ਕਮਿਊਨਿਟੀਜ਼ ਨੂੰ ਜਾਂ ਜਿਹੜੇ ਭਾਈਚਾਰੇ ਨੇ, ਔਰ ਜਿਵੇਂ ਕਿ ਲੋਕਾਂ ਨੂੰ ਪਤਾ ਹੈ, ਸਾਡੇ ਦਰਸ਼ਕਾਂ ਨੂੰ ਪਤਾ ਹੈ, ਜਿਹੜਾ ਬਰਤਾਨੀਆ ਇੱਕ ਬਹੁਤ ਸੱਭਿਆਚਾਰਕ ਦੇਸ਼ ਹੈ, ਬਹੁਤ ਕੌਮੀ ਦੇਸ਼ ਹੈ। ਬਹੁਤ ਸਾਰੀਆਂ ਕੌਮਾਂ ਇਸ ਦੇਸ਼ ਵਿੱਚ ਰਹਿੰਦੀਆਂ ਨੇ, ਉਹਨਾਂ ਦੇ ਵੱਖਰੇ ਵੱਖਰੇ ਆਪਣੇ ਸੱਭਿਆਚਾਰ ਨੇ, ਵੱਖਰੇ ਵੱਖਰੇ ਕਲਚਰ ਨੇ, ਵੱਖਰੇ ਵੱਖਰੇ ਪਹਿਰਾਵੇ ਨੇ, ਵੱਖਰੇ ਵੱਖਰੇ ਖਾਣੇ ਨੇ, ਵੱਖਰੇ ਵੱਖਰੇ ਨਾਚ ਨੇ। ਸੋ ਇਹਨਾਂ ਨੂੰ ਇਕੱਠਿਆਂ ਕਰਨ ਵਾਸਤੇ ਨਿਸ਼ਾ ਟੰਡਨ ਜੀ ਨੇ, ਜੋ ਉੱਥੋਂ ਦੀ ਪ੍ਰਬੰਧਕ ਹੈ ਇਸ ਬੈਲਫਾਸਟ ਮੇਲੇ ਦੀ, ਉਹਨਾਂ ਨੇ ਬੜਾ ਹੀ ਲੰਮੇ ਸਮੇਂ ਤੋਂ ਇਹ ਜਿਹੜਾ ਪ੍ਰਬੰਧ ਕੀਤਾ ਹੈ। ਇਹਦੀਆਂ ਝਲਕੀਆਂ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਸਾਰਾ ਅਸੀਂ ਦਿਖਾਵਾਂਗੇ ਕਿ ਉੱਥੇ ਕੀ ਹੋਇਆ, ਕਿਵੇਂ ਹੋਇਆ। ਔਰ ਬੱਚਿਆਂ ਨੇ ਜਾਂ ਖਾਸ ਤੌਰ ਤੇ ਭਾਂਤ ਦੇ ਕਲਾਕਾਰਾਂ ਨੇ ਆਪਣੀ ਜਿਹੜੀ ਕਲਾ ਦਿਖਾਈ ਉੱਥੋਂ ਭਾਰਤ ਤੋਂ ਇਲਾਵਾ ਦੇਖਦੇ ਆ ਕਿ ਲੈਟਵੀਆ, ਯੂਗੋਸਲਾਵੀਆ ਤੇ ਨਾਲ ਦੀ ਨਾਲ ਯੂਕਰੇਨ ਦੀ ਜਿਹੜੀ ਮੈਕਸੀਕਨ ਜਿਹੜਾ ਕਲਚਰ ਹੈ ਉਹਨੂੰ, ਸੱਭਿਆਚਾਰ ਨੂੰ ਵੀ ਉੱਥੇ ਪੇਸ਼ ਕੀਤਾ ਗਿਆ। ਸੋ ਇਹਦੀ ਜਿਹੜੀ ਜਾਣਕਾਰੀ ਤੁਹਾਨੂੰ ਅਸੀਂ ਦੇਵਾਂਗੇ। ਪਰ ਦੂਜੇ ਪਾਸੇ ਦੇਖਦੇ ਹਾਂ ਕਿ ਬੈਲਫਾਸਟ ਭਾਵੇਂ ਠੀਕ ਹੈ, ਖੁਸ਼ੀਆਂ ਦਾ ਮੌਕਾ ਹੈ, ਖੁਸ਼ੀਆਂ ਦਾ ਸਮਾਂ ਹੈ, ਇਹ ਇੱਕ ਪਾਸਾ ਖੁਸ਼ੀਆਂ ਮਨਾ ਰਿਹਾ ਹੈ, ਤੇ ਦੂਜੇ ਪਾਸੇ ਦੇਖਦੇ ਹਾਂ ਕਿ ਜਿਹੜੀ ਉੱਥੇ ਹਲੇ ਵੀ ਜੇ ਕਹਿ ਦਈਏ ਕਿ ਜਿਹੜੀ ਧਾਰਮਿਕ ਕੱਟੜਤਾ ਹੈ ਲੋਕਾਂ ਦੇ ਵਿਚਕਾਰ, ਜੇ ਕਹਿ ਦਈਏ ਜਿਹੜੇ ਕੈਥੋਲਿਕਸ ਹਨ, ਜਿਹੜੇ ਭਾਵੇਂ ਉਹ ਈਸਾਈ ਧਰਮ ਨੂੰ ਮੰਨਦੇ ਨੇ, ਪਰ ਬਹੁਤ ਸਾਰੇ ਜਿਹੜੇ ਕੈਥੋਲਿਕਸ ਨੇ, ਤਾਂ ਜਿਹੜਾ ਭਾਈਚਾਰਾ ਹੈ ਪ੍ਰੋਟੈਸਟੈਂਟਸ ਹਨ, ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਢਿੱਡ ਡਿੱਕਾ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਉਹ ਜਿਹੜੀ ਅਸੀਂ ਵਾਲ ਦੇਖ ਕੇ ਆਏ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਈਸਟ ਅਤੇ ਵੈਸਟ ਜਰਮਨ ਨੂੰ ਇੱਕ ਕੰਧ ਕੱਢੀ ਗਈ ਸੀ ਕਿ ਦੋਹਾਂ ਮੁਲਕਾਂ ਨੂੰ ਵੱਖਰੇ ਕਰਨਾ ਹੈ, ਵੱਖਰੇ ਰੱਖਣਾ ਹੈ। ਉਹ ਜਿਹੜੀ ਕੰਧ ਸੀ, ਤੁਹਾਨੂੰ ਪਤਾ ਹੈ ਕਿ 1988-99 ਦੇ ਵਿੱਚ ਉਸ ਦਾ ਅੰਤ ਹੋਇਆ, ਢਾਇਆ ਗਿਆ, ਤੇ ਦੋਹਾਂ ਪਾਸਿਆਂ ਦੇ ਲੋਕਾਂ ਨੇ ਇੱਕ ਦੂਜੇ ਨੂੰ ਮਿਲਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਦੇਖਦੇ ਹਾਂ ਕਿ ਬੈਲਫਾਸਟ ਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਹੜੀ ਕੰਧ ਹੈ ਉਹ ਉਸਾਰੀ ਗਈ ਹੈ ਦੋਹਾਂ ਭਾਈਚਾਰਿਆਂ ਨੂੰ ਵੱਖਰੇ ਰੱਖਣ ਵਾਸਤੇ। ਇਹ ਵੀ ਅਸੀਂ ਜਾ ਕੇ ਦੇਖਿਆ ਕਿ ਪਿਛਲੇ 30 ਸਾਲ ਤੋਂ ਜਿਹੜਾ ਬੈਲਫਾਸਟ ਦਾ ਇਤਿਹਾਸ ਹੈ ਉਸ ਦੇ ਬਹੁਤ ਸਾਰੇ ਜਿਹੜੇ ਵਰਕੇ ਨੇ ਉਹਨਾਂ ਦੇ ਉੱਤੇ ਖੂਨ ਦੇ ਛਿੱਟੇ ਪਏ ਹੋਏ ਨੇ। ਔਰ ਉੱਥੋਂ ਦੇ ਲੋਕਾਂ ਦੇ ਮਨਾਂ ਵਿੱਚ ਹਲੇ ਵੀ ਜਿਹੜੀ ਪੀੜ ਹੈ, ਭਾਵੇਂ ਅਸੀਂ ਗੱਲ ਕਰਦੇ ਹਾਂ ਕਿ 1969-70 ਤੋਂ ਲੈ ਕੇ 98 ਤੱਕ ਜਿਹੜਾ 30 ਸਾਲ ਦਾ ਜਿਹੜਾ ਸਫ਼ਰ ਹੈ ਉਹ ਬੈਲਫਾਸਟ ਦੇ ਲੋਕਾਂ ਨੇ ਆਪਣੇ ਪਿੰਡੇ ਉੱਤੇ ਹੰਢਾਇਆ। ਤੇ ਸਿੱਖ ਚੈਨਲ ਦੀ ਟੀਮ ਪਹੁੰਚੀ ਤੇ ਸ਼ਾਂਤੀ ਜ਼ਿੰਦਾਬਾਦ, ਪਿਆਰ ਅਮਰ ਰਹੇ, ਇਹੋ ਜਿਹੇ ਜਿਹੜੇ ਅਸੀਂ ਪੰਜਾਬੀ ਵਿੱਚ ਵੀ ਉੱਥੇ ਨਾਅਰੇ ਲੈ ਕੇ ਆਏ ਆ, ਰੱਖ ਕੇ ਆਏ ਆ। ਤੇ ਨਾਲ ਦੀ ਨਾਲ ਦੇਖਦੇ ਆ ਕਿ ਬਹੁਤ ਸਾਰੇ ਲੋਕਾਂ ਨੇ ਇਸ ਕੰਧ ਦੇ ਉੱਤੇ, ਜਿਸ ਨੂੰ ਉਹ ਪੀਸ ਵਾਕ ਦਾ ਨਾਮ ਦਿੱਤਾ ਗਿਆ ਹੈ, ਜਿਹੜੀ ਕਿ ਦੋਹਾਂ ਪਾਸਿਆਂ ਨੂੰ ਇਹ ਜਿਹੜੀ ਜੁਦਾ ਕਰਦੀ ਹੈ ਜਿਹੜੀ ਕੰਧ ਹੈ,
ਉਹ ਅਸੀਂ ਦੇਖਾਂਗੇ ਤੇ ਨਾਲ ਦੀ ਨਾਲ ਉੱਥੋਂ ਦੇ ਜਿਹੜੇ ਕੁਝ ਸਾਡੇ ਜਿਹੜੇ ਸਾਨੂੰ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਜੁੜੇ ਸਨ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ। ਪਰ ਦੂਜੇ ਪਾਸੇ ਇਹ ਵੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਜਿਹੜੇ ਉੱਥੋਂ ਦੇ ਲੋਕ ਨੇ ਜਾਂ ਭਾਈਚਾਰਾ ਹੈ ਉਹ ਫੈਕਟਰੀਆਂ ਵਿੱਚ ਕੰਮ ਇਕੱਠੇ ਹੀ ਕਰਦੇ ਨੇ, ਪਰ ਸ਼ਾਮ ਨੂੰ ਜਦੋਂ ਉਹਨਾਂ ਦਾ ਕੰਮ ਖਤਮ ਹੁੰਦਾ ਹੈ ਤੇ ਉਹ ਆਪਣੇ ਆਪਣੇ ਘਰਾਂ ਵਿੱਚ ਜਾ ਕੇ ਆਪਣੇ ਆਪਣੇ ਇਲਾਕਿਆਂ ਵਿੱਚ ਚਲੇ ਜਾਂਦੇ ਹਨ। ਤੇ ਦਰਸ਼ਕਾਂ ਨੂੰ ਅਸੀਂ ਦਿਖਾਵਾਂਗੇ ਇੱਕ ਹੋਰ ਕਲਿੱਪ ਜਿਹਦੇ ਵਿੱਚ ਦੇਖਿਆ ਗਿਆ ਹੈ ਕਿ ਜਿਹੜਾ ਉੱਥੇ ਕਿ 2 ਗੇਟ ਨੇ ਉਹਨਾਂ ਗੇਟਾਂ ਨੂੰ ਉਦੋਂ ਬੰਦ ਕੀਤਾ ਜਾਂਦਾ ਹੈ ਜਦੋਂ ਕਿ ਬਹੁਤ ਜਿਹੜੀ ਗਰਮਾ ਗਰਮੀ ਦੋਹਾਂ ਭਾਈਚਾਰਿਆਂ ਵਿੱਚ ਵੱਧ ਜਾਂਦੀ ਹੈ ਤੇ ਕਈ ਜਿਹੜੇ ਗੇਟ ਨੇ ਉਹ ਜੇ ਕਹਿ ਦਈਏ ਕੈਮਰਾ ਕੰਟਰੋਲਡ ਨੇ ਤੇ ਜਦੋਂ ਵੀ ਲੱਗਦਾ ਹੈ ਕਿ ਹੁਣ ਲੋਕ ਜਿਹੜੇ ਦੂਜੇ ਪਾਸੇ ਜਾ ਕੇ ਲੜਾਈ ਕਰਨਗੇ ਉਹ ਉਹਨਾਂ ਨੂੰ ਬੰਦ ਕੀਤਾ ਜਾਂਦਾ ਹੈ। ਤੇ ਆਓ ਅਸੀਂ ਦੇਖਦੇ ਹਾਂ ਇੱਕ ਹੋਰ ਕਲਿੱਪ ਜਿਹਦੇ ਵਿੱਚ ਤੁਹਾਨੂੰ ਹੋਰ ਜਾਣਕਾਰੀ ਦਿੱਤੀ ਗਈ ਹੈ। It was built by the British Army in 1970. Okay, it was built because over there is loyalist British Unionist. Okay, behind this wall is Irish Catholic. Okay, they came across. There's a monastery on the other side of this wall. They came to burn it, but they didn't burn it. Instead, they burnt 82 families out of their homes. Oh my goodness! Yeah. A wee boy, Jared McCauley, he was 15, running the back of the monastery to open the gates and let all the people in. They shot him dead. He was 15. Yeah, he was very young. So that's why this wall was put up. Behind this wall, there's all houses. Okay. Rebuilt again. Is it still the split between the Yes, communities? that's why. It'll never come down. This has been up longer than the Berlin Wall. They said they were going to take it down, but they'll never fall down first. It was originally only there. They've been up more higher. Up higher. Why? Because on the 12th, 11th of July, they build bonfires here. And the 12th of July, they march. Right? The Orange Order march. On the 11th of July, these bonfires, the broke a world record this year, 240 feet high. Oh. These are massive bonfires. Now you see there, Yeah. the brickwork, Yeah. all broke. Yeah. That's where the bonfires are. So they break the bricks and they throw over. They get on top of the bonfires and throw over. My goodness. And that's what happened. That was the 11th of July this year. That's this year's. This year. Now, why? What they did was they widened the road. The road was a wee narrow road at the time. They widened the road and put gates there so it's harder for them to throw over. But that's as high as you can get. ਪਰ ਦਰਸ਼ਕੋ ਅਸੀਂ ਦੇਖਦੇ ਹਾਂ ਕਿ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਧਾਰਮਿਕ ਨਫ਼ਰਤ ਇੰਨੀ ਵੱਧ ਗਈ ਹੈ ਕਿ ਹੁਣੇ ਜਿਹੜਾ 11 ਜੁਲਾਈ ਨੂੰ ਇੱਕ ਵਾਰ ਫੇਰ ਉੱਥੇ ਇਹੋ ਜਿਹੇ ਅਟੈਕ ਹੋਏ ਨੇ ਕਿ ਇੱਕ ਪਾਸਿਓ ਜਿਹੜਾ ਉਹਨਾਂ ਦੀ ਭੀੜ ਆਉਂਦੀ ਸੀ ਨੌਜਵਾਨਾਂ ਦੀ ਉਹ ਕੰਧ ਦੇ ਉੱਪਰੋਂ ਜਿਹੜੀ ਪੈਟਰੋਲ ਬੰਬ ਨੇ ਉਹ ਸਿੱਟ ਕੇ ਦੌੜ ਜਾਂਦੇ ਸਨ। ਇਸ ਕਰਕੇ ਜਿਹੜੀ ਕੰਧ ਨੂੰ ਹੋਰ ਉੱਚਾ ਕੀਤਾ ਗਿਆ। ਇੱਕ ਤੁਹਾਨੂੰ ਹੋਰ ਅਸੀਂ ਦਿਖਾਉਂਦੇ ਹਾਂ, ਇਹ 2 ਪਾਸੇ ਗੇਟ ਲੱਗੇ ਹੋਏ ਹਨ ਜਿਵੇਂ ਕਿ ਇੱਕ ਪਾਸਿਓਂ ਜਿਹੜੀ ਵਿਚਕਾਰਲੀ ਜਿਹੜੀ ਜਗ੍ਹਾ ਹੈ ਉਸ ਨੂੰ ਨੋ ਮੈਨ ਲੈਂਡ ਕਿਹਾ ਗਿਆ ਹੈ। ਜਿਵੇਂ ਕਿ ਅਸੀਂ ਵਾਹਗਾ ਬਾਰਡਰ ਦੀ ਗੱਲ ਕਰਦੇ ਹਾਂ, ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਉਹ ਜੁਦਾ ਹੈ ਤੇ ਦੂਜੇ ਪਾਸੇ ਜਿਹੜਾ ਭਾਰਤ ਦਾ ਬਾਰਡਰ ਹੈ ਉਹਨਾਂ ਦੇ ਵਿਚਾਲੇ ਜਿਹੜੀ ਜਗ੍ਹਾ ਹੈ ਉੱਥੇ ਕਿਸੇ ਨੂੰ ਵੀ ਰਹਿਣ ਦਾ ਹੱਕ ਨਹੀਂ ਦਿੱਤਾ ਗਿਆ। ਸੋ ਇਹਨਾਂ ਜਿਹੜੀ ਦੋਹਾਂ ਫਿਰਕਿਆਂ ਦੀ ਜਿਹੜੀ ਕਸ਼ਮਕਸ਼ ਹੈ, ਜਿਵੇਂ ਕਿ ਹੁਣ ਜੌਨ ਨੇ ਦੱਸਿਆ, ਜੌਨ ਜਿਹੜਾ ਸਾਡਾ ਗਾਈਡ ਸੀਗਾ ਉਹਨੇ ਸਾਨੂੰ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਦੋਹਾਂ ਕਮਿਊਨਿਟੀ ਦੇ ਵਿੱਚ ਇੰਨੀ ਨਫ਼ਰਤ ਹੈ ਕਿ ਜਿਹੜੀ ਕੰਧ ਆ ਕਦੇ ਵੀ ਇਹ ਢਵੇਗੀ ਨਹੀਂ, ਇਹ ਹੋਰ ਉੱਚੀ ਹੋਵੇਗੀ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਹੈ ਸ਼ਾਇਦ ਉਹ ਕਦੇ ਵੀ ਖਤਮ ਨਹੀਂ ਹੋਵੇਗਾ। ਆਓ ਅਸੀਂ ਦੇਖਦੇ ਹਾਂ ਇੱਕ ਹੋਰ ਕਲਿੱਪ ਜਿਹਦੇ ਵਿੱਚ ਤੁਹਾਨੂੰ ਹੋਰ ਜਾਣਕਾਰੀ ਦਿੱਤੀ ਜਾਊਗੀ ਤਾਂ ਤੁਸੀਂ ਕਿ ਇਹ ਚੀਜ਼ ਨੂੰ ਅੰਦਾਜ਼ਾ ਲਗਾ ਸਕਦੇ ਆ ਕਿ ਲੋਕਾਂ ਦੇ ਵਿੱਚ ਨਫ਼ਰਤਾਂ ਵੀ ਕਿੰਨੀਆਂ ਨੇ। ਜਿੱਥੇ ਮੇਲਿਆਂ ਦੇ ਵਿੱਚ ਪਿਆਰ ਦੀ ਗੱਲ ਕਰਦੇ ਆ ਉੱਥੇ ਨਫ਼ਰਤਾਂ ਵੀ ਕਿੰਨੀਆਂ ਨੇ। ਆਓ ਦੇਖਦੇ ਹਾਂ ਇੱਕ ਹੋਰ ਵੀਡੀਓ ਕਲਿੱਪ। ਪਰ ਦਰਸ਼ਕੋ ਆ ਜਿਹੜਾ ਦੂਜਾ ਹਿੱਸਾ ਹੈ ਇਸ ਸ਼ਹਿਰ ਦਾ ਜਿਹਦੇ ਵਿੱਚ 2 ਗੇਟ ਲਾਏ ਗਏ ਨੇ। ਜਿਵੇਂ ਅਸੀਂ ਦੇਖਦੇ ਹਾਂ ਕਿ ਵਾਹਗਾ ਬਾਰਡਰ ਦੇ ਉੱਤੇ ਜਾ ਕੇ ਸ਼ਾਮ ਨੂੰ ਜਿੱਥੇ ਉਹ ਰੀਟਰੀਟ ਹੁੰਦੀ ਹੈ ਜਾਂ ਝੰਡੇ ਲਾਏ ਜਾਂਦੇ ਆ ਉਹੀ ਹਿਸਾਬ ਹੈ ਕਿ ਇਹ ਜਿਹੜਾ ਨੋ ਮੈਨ ਲੈਂਡ ਹੈ ਉਹ ਦੂਜਾ ਗੇਟ ਹੈ ਉਸਦਾ। ਉਸ ਗੇਟ ਤੋਂ ਲੈ ਕੇ ਇਸ ਗੇਟ ਤੱਕ ਕੋਈ ਵੀ ਇੱਥੇ ਜਿਹੜੀ ਬਿਲਡਿੰਗ ਹੈਗੀ ਆ ਉਹਦੇ ਉੱਤੇ ਪਬਲਿਕ ਐਕਸੈਸ ਨਹੀਂ ਹੈਗਾ। ਤੇ ਸਾਡੇ ਨਾਲ ਹੈਗੇ ਇਸ ਵੇਲੇ ਜੌਨ ਜਿਹੜੇ ਕਿ ਸਾਨੂੰ ਇਹ ਜਗ੍ਹਾ ਦਿਖਾਉਣ ਆਏ ਆ। John, tell us a bit more about this area. This area here? Yeah. This, you see, there is loyalist, unionist, Protestant. That's why them gates are there. Okay. Protect them. Okay. This side here, Republican, Irish, Catholic. Catholics. That's why them gates are there. Right. They were put up to stop assassinations from loyalist and Republican from coming across. So they've been divided for the last 40, 50 years Yes, now. exactly. Yeah. From 1970, they 70. were all put up. Yeah. And they're closed every night
They're told at 7 o'clock Hmm. and they're open at 6:30 in the morning. Every night. Right. Okay. So if you want to go to the hospital or whatever, and you have to come all the way around the town and all the way up the Falls Road. So around when some- was the last time you saw a big trouble in this area? Only when Brexit, Okay. when they were fighting against Brexit. Aha. In that main gate I showed you up the other one, that's when the real trouble was. Because they Right. all came from the Shankill Road Aha. and fought there. That was the main gate. Okay. Because that's a Springfield Catholic on the other side, on the left hand side. On the right hand side is the Shankill Road. Oh, Lloyd. so this is very sad part of Certainly it is. world I would say. Yes. ਥੈਂਕ ਯੂ ਵੈਰੀ ਮਚ ਜੌਨ। ਸੋ ਪਿਆਰੇ ਦਰਸ਼ਕੋ, ਇਹ ਜਿਹੜੀ ਅਸੀਂ ਗੱਲ ਦੇਖੀ ਆ ਜਿਹੜੀਆਂ ਬਿਲਡਿੰਗਾਂ ਅਸੀਂ ਦੇਖ ਰਹੇ ਹਾਂ ਸਾਡੇ ਪਿੱਛੇ, ਇਹ ਲਿਖਿਆ ਹੈ ਉਹਦੇ ਉੱਤੇ ਬਿਜ਼ਨਸ ਡਿਵੈਲਪਮੈਂਟ ਏਜੰਸੀ ਓਟਸ। ਇਹ ਵੀ ਇਹ ਸਾਰਾ ਬੰਦ ਇਸ ਵੇਲੇ ਕੀਤਾ ਗਿਆ ਹੈ। ਜੋ ਪਿਛਲੇ ਪਾਸੇ ਜਿਹੜੀ ਅਸੀਂ ਇੰਡਸਟਰੀਅਲ ਸਟੇਟ ਦੇਖਦੇ ਹਾਂ, ਜਿਹੜੀਆਂ ਗੈਰੇਜਸ ਵਗੈਰਾ ਹੈਗੀਆਂ ਜਾਂ ਬਿਜ਼ਨਸ ਹੈਗੇ ਆ, ਉਹਨਾਂ ਨੂੰ ਦੂਜੇ ਪਾਸਿਓਂ ਜਿਹੜੀ ਐਂਟਰੀ ਆ, ਦੂਜੇ ਪਾਸੇ ਅਸੀਂ ਗੱਲ ਕਰਦੇ ਹਾਂ, ਦੋ ਧਰਮਾਂ ਦੀ ਗੱਲ ਕਰਦੇ ਹਾਂ, ਕੈਥੋਲਿਕਸ ਨੇ ਤੇ ਦੂਜੇ ਪ੍ਰੋਟੈਸਟੈਂਟ ਨੇ। ਜਿਹੜੇ ਪ੍ਰੋਟੈਸਟੈਂਟਸ ਨੇ ਉਹ ਇੱਕ ਦੂਜੇ ਨਾਲ ਬਹੁਤ ਇਹਨਾਂ ਦੀ ਬੜੇ ਲੰਮੇ ਸਮੇਂ ਤੋਂ ਲੱਗਦੀ ਆ ਰਹੀ ਆ, ਤੇ ਇਹੀ ਜਿਹੜਾ ਵੱਡੀ ਸਮੱਸਿਆ ਹੈਗੀ ਹੈ। ਜੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਬੈਲਫਾਸਟ ਦਾ ਇਤਿਹਾਸ ਹੈ, ਉਹ ਵੀ ਕਹਿੰਦੇ ਹੁੰਦੇ ਆ ਉਹਦੇ ਬਹੁਤ ਸਾਰੇ ਵਰਕੇ ਜਿਹੜੇ ਖੂਨ ਨਾਲ ਲਿਬੜੇ ਹੋਏ ਆ। ਅਸੀਂ ਜਿਹੜੀਆਂ ਤਸਵੀਰਾਂ ਦੇਖਦੇ ਹਾਂ ਕਿ ਉਹਨਾਂ ਦਿਨਾਂ ਦੀ ਯਾਦ ਦੁਆਰਿਆ ਹੈ, ਤੇ ਹਲੇ ਵੀ ਇਹ ਜਿਹੜੀ ਇੱਥੋਂ ਦੀ ਕਮਿਊਨਿਟੀ ਹੈਗੀ ਆ, ਦੋ ਧਰਮ ਜਿਹੜੇ ਨੇ, ਪ੍ਰੋਟੈਸਟੈਂਟਸ ਨੇ ਤੇ ਕੈਥੋਲਿਕਸ ਨੇ, ਇਹਨਾਂ ਦੀ ਲੱਗਦਾ ਕਦੇ ਵੀ ਆਪਸ ਵਿੱਚ ਹੀ ਬਣਨੀ ਨਹੀਂ। ਸੋ ਇਹ ਸਾਨੂੰ ਯਾਦ ਦਿਵਾਉਂਦੀ ਹੈ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਵਾਹਗਾ ਬਾਰਡਰ ਦੀ ਤਸਵੀਰ। ਕੈਮਰਾਮੈਨ ਤਲਵਿੰਦਰ ਸਿੰਘ ਲਾਲੀ ਦੇ ਨਾਲ ਸ਼ਿੰਦਰਪਾਲ ਸਿੰਘ, ਬੈਲਫਾਸਟ। ਸੋ ਪਿਆਰੇ ਦਰਸ਼ਕੋ, ਦੇਖਦੇ ਆ ਕਿ ਇਹਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਜਿਹੜਾ ਵਿਸਥਾਰ ਦੇ ਵਿੱਚ ਜਿਹੜੇ ਪ੍ਰੋਗਰਾਮ ਨੇ ਤੁਹਾਨੂੰ ਅਸੀਂ ਉਹ ਬਾਅਦ 'ਚ ਦਿਖਾਵਾਂਗੇ। ਤੇ ਉਹਨਾਂ ਕੰਧਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਸੋਹਣੇ ਨਾਅਰੇ ਵੀ ਲਿਖੇ ਗਏ ਨੇ, ਜਿਹੜੇ ਵਰਲਡ ਲੀਡਰ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਵੀ ਉੱਥੇ ਲਾਈਆਂ ਨੇ। ਉਹ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਸ਼ਾਮਲ ਕਰਾਂਗੇ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਿਰਫ ਇਹ ਜਾਣਕਾਰੀ ਦੇਣੀ ਸੀ ਕਿ ਸਿੱਖ ਚੈਨਲ ਤੁਹਾਡੀ ਮਦਦ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ ਇਹੋ ਜਿਹੇ ਕਾਰਜ ਕਰਨ ਵਿੱਚੋਂ ਸੰਭਵ ਹੋ ਸਕਦਾ ਹੈ ਜਾਂ ਉਹ ਕਰ ਸਕਦਾ ਹੈ, ਅਗਰ ਤੁਹਾਡਾ ਸਹਿਯੋਗ ਸਾਨੂੰ ਮਿਲਦਾ ਰਹਿੰਦਾ ਹੈ। ਤੇ ਜਿਹੜੀ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਹੈ ਉਹ ਵੀ ਤੁਹਾਨੂੰ ਅਸੀਂ ਦਿੰਦੇ ਰਹਾਂਗੇ। ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋ ਰਹੇ ਨੇ, ਕਿੱਥੇ ਕਿੱਥੇ ਮੇਲੇ ਲੱਗ ਰਹੇ ਨੇ, ਤੇ ਕਿੱਥੇ ਕਿੱਥੇ ਇਹੋ ਜਿਹੀ ਜਿਹੜੀਆਂ ਪੀੜਤ ਖਬਰਾਂ ਵੀ ਸਾਨੂੰ ਜਿਹੜੀਆਂ ਉਹ ਪਰੇਸ਼ਾਨ ਕਰਦੀਆਂ ਨੇ। ਫਿਰ ਅਸੀਂ ਜੋ ਉੱਥੋਂ ਦਾ ਇੱਕ ਬਹੁਤ ਵੱਡਾ ਸ਼ਿਪ ਯਾਰਡ ਹੈ, ਜਿਹਦੇ ਵਿੱਚ ਟਾਈਟੈਨਿਕ ਜਿਹੜਾ ਸ਼ਿਪ ਸੀ, ਜਿਹਨੇ ਅਮਰੀਕਾ ਨੂੰ ਜਾਣਾ ਸੀਗਾ, ਅਪ੍ਰੈਲ 1912 ਦੀ ਗੱਲ ਕਰਦੇ ਹਾਂ, 12-14 ਦੀ ਗੱਲ ਕਰਦੇ ਹਾਂ, ਅਪ੍ਰੈਲ 1912 ਦੀ, ਜਿਹੜਾ ਕਿ ਡੁੱਬ ਗਿਆ ਸੀ ਰਾਹ ਵਿੱਚ ਜਾਂਦਿਆਂ ਨੂੰ। ਤੇ ਉਹਦਾ ਵੀ ਅਸੀਂ ਉਹ ਸ਼ਿਪ ਯਾਰਡ ਦੇਖ ਕੇ ਆਏ ਹਾਂ ਕਿ ਕਿੱਡਾ ਉੱਥੇ ਬਹੁਤ ਵੱਡਾ ਜਿਹੜਾ 80-90 ਏਕੜ ਦੇ ਵਿੱਚ ਉਹ ਯਾਰਡ ਹੁੰਦਾ ਸੀ ਕਿਸੇ ਵੇਲੇ। ਹੁਣ ਉੱਥੇ ਬਹੁਤ ਸੋਹਣਾ ਖੂਬਸੂਰਤ ਮਿਊਜ਼ੀਅਮ ਬਣਿਆ ਹੈ, ਉਹਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਵੀਰ ਕੇਹਰ ਸ਼ਰੀਫ ਜੀ, ਤੇ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਤੁਹਾਨੂੰ ਅਸੀਂ ਕੁਝ ਕਬੱਡੀ ਦੀਆਂ ਵੀ ਤਸਵੀਰਾਂ ਝਲਕੀਆਂ ਦਿਖਾਵਾਂਗੇ। ਜੋ ਇਸ ਐਤਵਾਰ ਨੂੰ ਬਾਰਕਿੰਗ ਦੇ ਵਿੱਚ ਇੱਕ ਟੂਰਨਾਮੈਂਟ ਕਬੱਡੀ ਦਾ, ਬੜਾ ਸ਼ਾਨਦਾਰ ਕਬੱਡੀ ਦਾ ਮੈਚ ਹੋਇਆ। ਉਹਦੇ ਵਿੱਚ ਬਾਰਕਿੰਗ ਦੀ ਜਿਹੜੀ ਟੀਮ ਹੈ ਉਹ ਰੈਡਿੰਗ ਦੀ ਟੀਮ ਤੋਂ ਕੁਝ ਪੁਆਇੰਟਾਂ ਦੇ ਉੱਤੇ ਹਾਰ ਗਈ ਸੀ, ਪਰ ਬੜਾ ਫਸਵਾਂ ਮੈਚ ਸੀ। ਮੇਰੇ ਖਿਆਲ ਸਾਰੇ ਦਰਸ਼ਕਾਂ ਨੇ ਸਾਡੇ YouTube ਦੇ ਉੱਤੇ ਵੀ ਹੈ, ਉਹਦੇ ਬਾਰੇ ਤੁਹਾਨੂੰ ਅਸੀਂ ਜਿਵੇਂ ਕਿਹਾ ਕਿ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ। ਇਹ ਜਿਹੜੇ ਮੈਚ ਨੇ ਸਾਰੇ ਤੁਹਾਨੂੰ ਅਸੀਂ ਹੌਲੀ ਹੌਲੀ ਕਰਕੇ ਤੁਹਾਨੂੰ ਅਸੀਂ ਦਿਖਾਵਾਂਗੇ, ਤਾਂ ਕਿ ਜਿਹੜੇ ਇੱਥੋਂ ਦੇ ਨੌਜਵਾਨ ਨੇ, ਖਾਸ ਤੌਰ ਤੇ ਬਰਤਾਨੀਆ ਦੇ, ਉਹਨਾਂ ਦੇ ਵਿੱਚ ਵੀ ਜਿਹੜਾ ਜੋਸ਼ ਆ ਉਹ ਭਰਦਾ ਰਵੇ, ਤਾਂ ਜਿਹੜੀ ਇਹ ਸਾਡੀ ਪੰਜਾਬੀਆਂ ਦੀ ਕੌਮੀ ਖੇਡ ਹੈ ਜਿਹੜੀ ਕਬੱਡੀ ਹੈ, ਇਹਨੂੰ ਵੀ ਜਿਹੜਾ ਭਰਵਾਂ ਸਹਿਯੋਗ ਸਾਡੀ ਕਮਿਊਨਿਟੀ ਦਾ ਮਿਲਣਾ ਚਾਹੀਦਾ। ਤੇ ਸਿੱਖ ਚੈਨਲ ਆਪਣੇ ਵੱਲੋਂ ਪੂਰਾ ਯਤਨ ਕਰੇਗਾ। ਇਹ ਜਿਹੜੀ ਨੌਜਵਾਨਾਂ ਦੀ ਟੀਮ ਹੈ, B ਟੀਮ, ਅਸੀਂ ਦੇਖਦੇ ਹਾਂ ਕਿ ਇਹਨਾਂ ਦਾ ਜਿਹੜਾ ਸ਼ੌਕ ਆ ਬਹੁਤ ਇਹਨਾਂ ਨੌਜਵਾਨਾਂ ਦੇ ਵਿੱਚ ਹੈ। ਤੇ ਆਓ ਅਸੀਂ ਹੁਣ ਕੇਹਰ ਸ਼ਰੀਫ ਜੀ ਵੱਲ ਜਾਵਾਂਗੇ, ਜਿਹੜੇ ਕਿ ਜਰਮਨੀ ਤੋਂ ਸਾਡੇ ਨਾਲ ਜੁੜੇ ਨੇ, ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਤੇ ਉਹਨਾਂ ਨੂੰ ਪਹਿਲਾਂ ਅਸੀਂ ਫਤਿਹ ਬੁਲਾਵਾਂਗੇ। ਕੇਹਰ ਸ਼ਰੀਫ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰ ਜੀ, ਤੁਹਾਨੂੰ ਤੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਸੀਂ ਗੱਲ ਕਰ ਰਹੇ ਹਾਂ, ਦੇਖੋ ਕਿ ਦੁਨੀਆ ਦੇ ਵਿੱਚ ਸਾਰੇ ਤਰ੍ਹਾਂ ਦੇ ਰੰਗ ਨੇ, ਜਿਵੇਂ ਕਿ ਦੁਨੀਆ ਦੇ ਵਿੱਚ ਸਾਰੇ ਤਰ੍ਹਾਂ ਦੇ ਮੌਸਮ ਆਉਂਦੇ ਨੇ, ਠੰਡ ਆਉਂਦੀ ਹੈ, ਝੱਖੜ ਆਉਂਦੇ ਨੇ, ਤੇ ਕਿਸੇ ਵੇਲੇ ਫਿਰ ਬਹਾਰ ਵੀ ਆਉਂਦੀ ਹੈ। ਤੇ ਇਹੋ ਜਿਹਾ ਹੀ ਮੇਰੇ ਖਿਆਲ ਜਿਹੜਾ ਖਬਰਾਂ ਦਾ ਸਿਲਸਿਲਾ ਵੀ ਹੈ। ਤੇ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਹੁਣ ਅਕਾਲੀਆਂ ਦੀ ਸਰਕਾਰ ਦੀ ਜੋ ਦੁਰਗਤੀ ਹੋਈ ਹੈ, ਤੇ ਕਾਂਗਰਸ ਦਾ ਵੀ ਇਹੋ ਜਿਹਾ ਹਾਲ ਹੋ ਰਿਹਾ ਹੈ। ਔਰ ਦਿੱਲੀ ਦੇ ਵਿੱਚ ਵੀ ਬਹੁਤ ਸਾਰੀਆਂ, ਜੇ ਕਹਿ ਦਈਏ ਕਿ ਜਿਹੜੀਆਂ ਕਾਂਗਰਸ ਦੇ ਥੰਮ ਨੇ ਉਹ ਹਿੱਲ ਗਏ ਨੇ। ਇਹ ਵੀ ਖਬਰ ਆਈ ਹੈ ਕਿ ਕਸ਼ਮੀਰ ਦੇ ਵਿੱਚ
64 ਜਿਹੜੇ ਆਗੂ ਨੇ ਕਾਂਗਰਸ ਦੇ, ਉਹਨਾਂ ਨੇ ਇਕੱਠਿਆਂ ਨੇ ਅਸਤੀਫਾ ਦੇ ਦਿੱਤਾ ਹੈ। ਸੋ ਤੁਸੀਂ ਇਹਨਾਂ ਘਟਨਾਵਾਂ ਨੂੰ ਕਿੱਦਾਂ ਦੇਖਦੇ ਹੋ ਕੇਰ ਸ਼ਰੀਫ ਜੀ? ਜਿੰਦਰ ਜੀ, ਜਦੋਂ ਸਿਆਸਤ ਬਿਜ਼ਨਸ ਬਣ ਜਾਏ ਫਿਰ ਉੱਥੋਂ ਮੁਨਾਫੇ ਦੀ ਆਸ ਰੱਖਣੀ ਵੀ ਉਹਨਾਂ ਲੋਕਾਂ ਲਈ, ਕਿਉਂਕਿ ਸਾਨੂੰ ਭੁਲੇਖਾ ਰਹਿੰਦਾ ਹੈ ਸਿਆਸਤਦਾਨ ਹੈ। ਉਹ ਸਿਆਸਤਦਾਨ ਨਹੀਂ ਹੈ। ਸਿਆਸਤ ਹਿੰਦੁਸਤਾਨ ਦੇ ਅੰਦਰ ਨਹੀਂ, ਪੂਰੀ ਦੁਨੀਆ 'ਚ ਹੀ ਕਹਿ ਲਓ ਕਿ ਇੱਕ ਬਿਜ਼ਨਸ ਬਣ ਚੁੱਕਿਆ, ਜਿੱਥੇ ਇਨਵੈਸਟਮੈਂਟ ਹੁੰਦੀ ਹੈ ਤੇ ਇਨਵੈਸਟਮੈਂਟ ਦਾ ਮੁਨਾਫਾ ਖੱਟਿਆ ਜਾਂਦਾ ਹੈ। ਇਹ ਜਿਨ੍ਹਾਂ ਲੋਕਾਂ ਨੂੰ ਭੁਲੇਖਾ ਹੈ ਨਾ ਕਿ ਸਾਡੇ ਸਿਆਸੀ ਲੀਡਰ ਐਵੇਂ ਨੇ ਉਵੇਂ ਨੇ, ਹੁਣ ਤੁਸੀਂ ਇਹ ਸੋਚੋ ਵੀ ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ ਕਿ ਤੁਸੀਂ ਸਾਡੇ ਰਾਜ ਚਲਾਉਣਾ ਹੈ ਤੇ ਸਾਨੂੰ ਵੱਧ ਪਹਿਲਾਂ ਨਾਲੋਂ ਸੁੱਖ ਮਿਲੇ, ਉਹ ਆਪ ਤਾਂ ਸੁਖੀ ਹੋ ਜਾਂਦੇ ਨੇ, ਜਨਤਾ ਪਹਿਲਾਂ ਤੋਂ ਵੀ ਦੁਖੀ ਹੋ ਜਾਂਦੀ ਹੈ। ਇਹਦਾ ਕਾਰਨ ਲੱਭਣ ਲਈ ਜਿਹੜੇ ਸਾਡੇ ਚੰਗੇ ਸਿਆਣੇ ਸੂਝਵਾਨ ਬੁੱਧੀਜੀਵੀ ਜਿਨ੍ਹਾਂ ਨੂੰ ਕਹਿੰਦੇ ਆ, ਉਹ ਪਾਸਾ ਵੱਟ ਲੈਂਦੇ, ਕਿਉਂਕਿ ਉਹ ਵੀ ਆਪਣੀਆਂ ਜਿਹੜੀਆਂ ਸਹੂਲਤਾਂ ਨੇ, ਆਪਣੀਆਂ ਜਿਹੜੀਆਂ ਭੁੱਖ ਹੈ ਉਹਨੂੰ ਪੂਰੀ ਕਰਨ ਦੇ ਜੁੜ ਜਾਂਦੇ ਆ। ਉੱਥੋਂ ਫਿਰ ਸਾਰੇ ਦਾ ਸਾਰਾ ਪੁਆੜਾ ਪੈਂਦਾ। ਇਹ ਜਿਹੜਾ ਤੁਸੀਂ ਦੱਸਦੇ ਆ ਵੀ ਆਪਣੇ ਇੰਨੇ ਲੀਡਰ ਦੇ ਗਏ, ਇਹ ਲੀਡਰ ਬਿਲਕੁਲ ਨਹੀਂ ਹੈ। ਇਹ ਤਾਂ ਮੁਨਾਫੇਖੋਰ ਨੇ। ਜਿੱਧਰ ਮੁਨਾਫਾ ਵੱਧ ਮਿਲਦਾ ਉਸੇ ਹੱਟੀ ਤੇ ਜਾ ਕੇ ਨੌਕਰੀ ਕਰ ਲੈਂਦੇ ਆ। ਇਹਨਾਂ ਦਾ ਹੋਰ ਕੋਈ ਮਕਸਦ ਨਹੀਂ। ਤੁਸੀਂ ਇਹ ਦੇਖੋ ਕਿ ਅੱਜ ਸਿਆਸਤਦਾਨ ਕਿੱਥੇ ਹੈ ਤੇ ਲੋਕ ਕਿੱਥੇ ਆ। ਲੋਕਾਂ ਨੇ ਆਸ ਲਾਈ 1947 ਤੋਂ ਬਾਅਦ ਕਿ ਸਾਡਾ ਮੁਲਕ ਠੀਕ ਹੈ, ਅੱਗੇ ਵਧਿਆ, ਬਹੁਤ ਵਧਿਆ ਅੱਗੇ, ਪਰ ਉਹ ਨਹੀਂ ਵਧਿਆ ਜੋ ਵਧਣਾ ਚਾਹੀਦਾ ਸੀਗਾ, ਕਿਉਂਕਿ ਉਹਦਾ ਜਿਹੜਾ ਆਪਣਾ ਟੁੱਕ ਇੱਕ ਮਿੱਥ ਲੈਂਦੇ ਨਾ ਵੀ ਆ ਐਡਾ ਕੇਕ ਹੈਗਾ, ਇਹਦੇ ਚੋਂ ਇੰਨਾ ਕੁ ਹਿੱਸਾ ਲੋਕਾਂ ਦਾ, ਉਹ 5-4 ਜਿਹੜਾ ਪਰਸੈਂਟ ਹੈ ਉਹ ਲੋਕਾਂ ਦਾ ਹਿੱਸਾ, ਬਾਕੀ 95% ਇਹਨਾਂ ਦਾ ਹੀ ਹੈ। ਨਹੀਂ ਤਾਂ ਇਹ ਨਾ ਹੋਵੇ ਕਿ ਅਰਬਪਤੀਆਂ ਦੀ ਗਿਣਤੀ ਵਧੇ ਤੇ ਨਾਲ ਦੀ ਨਾਲ ਜਿੰਨੀ ਅਰਬਪਤੀਆਂ ਦੀ ਗਿਣਤੀ ਵੱਧਦੀ ਆ ਉਹਦੇ ਨਾਲੋਂ ਬਹੁਤ ਗੁਣਾ ਵੱਧ ਗਰੀਬਾਂ ਦੀ ਗਿਣਤੀ ਵੱਧ ਜਾਏ, ਕਿਉਂਕਿ ਗਰੀਬਾਂ ਦੇ ਆਧਾਰ ਤੇ ਹੀ ਉਹਨਾਂ ਨੇ ਅਰਬਪਤੀ ਬਣਨਾ ਹੁੰਦਾ ਹੈ। ਜੇ ਲੁੱਟ ਵਧੇਗੀ ਤਾਂ ਅਰਬਪਤੀ ਵਧਣਗੇ ਤੇ ਲੁੱਟ ਵਧੇਗੀ ਤਾਂ ਗਰੀਬ ਵਧਣਗੇ। ਇਹ ਸਾਰਾ ਜਿਹੜਾ ਹੋ ਰਿਹਾ ਅੱਜ ਸਾਡੇ ਉਹ ਸਾਰੇ ਥਾਈਂ ਹੋ ਰਿਹਾ, ਕਿਉਂਕਿ ਸਿਆਸਤਦਾਨ ਇਹ ਤਾਂ ਦੱਸਦਾ ਨਹੀਂ। ਹੁਣ ਸਿਆਸਤਦਾਨ ਨੂੰ ਹਰ ਚਪੜਾਸੀ ਲੱਗਣ ਲਈ ਵੀ ਤੁਸੀਂ ਇੰਨਾ ਸੋਚ ਲਓ ਵੀ ਇਮਤਿਹਾਨ ਦੇਣਾ ਪੈਂਦਾ। ਕਲਰਕ ਲੱਗਣ ਲਈ ਕਈ ਇਮਤਿਹਾਨ ਦੇਣੇ ਪੈਂਦੇ ਆ। ਸਿਆਸਤਦਾਨ ਬਣਨ ਲਈ ਕੋਈ ਇਮਤਿਹਾਨ ਨਹੀਂ ਦੇਣਾ ਪੈਂਦਾ। ਬੇਈਮਾਨ ਜਿਹਾ ਬੰਦਾ ਹੋਵੇ ਕਿਸੇ। ਆਪਾਂ ਹੁਣ ਆਵਾਂਗੇ, ਗੱਲਬਾਤ ਕਰਾਂਗੇ। ਤੁਸੀਂ ਗੱਲ ਕੀਤੀ ਆ ਮੁਨਾਫੇਖੋਰਾਂ ਦੀ, ਅਸੀਂ ਗੱਲ ਕਰਾਂਗੇ ਗੁਲਾਮ ਨਬੀ ਆਜ਼ਾਦ ਦੀ, ਜਿਹੜੇ ਕਿ ਬੜੀ ਲੰਮੀ ਸਮਾਂ ਉਹਨਾਂ ਨੇ ਕਾਂਗਰਸ ਦੀ ਸੇਵਾ ਕੀਤੀ ਹੈ ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਉਹ ਰਾਜ ਸਭਾ ਤੋਂ ਜਦੋਂ ਉਹਨਾਂ ਨੂੰ ਵਿਦਾਇਗੀ ਦਿੱਤੀ ਗਈ ਤਾਂ ਪ੍ਰਧਾਨ ਮੰਤਰੀ ਕਹਿੰਦੇ ਭਾਵੁਕ ਹੋ ਗਏ, ਤੇ ਹੁਣ ਉਹਨਾਂ ਦਾ ਬਿਆਨ ਆਇਆ ਕਿ ਉਹ ਤਾਂ ਨਰਿੰਦਰ ਮੋਦੀ ਨੂੰ ਬਹੁਤ ਗਲਤ ਸਮਝਦੇ ਰਹੇ, ਤੇ ਉਹ ਹੁਣ ਕਹਿ ਰਹੇ ਨੇ ਕਿ ਕਾਂਗਰਸ ਨੂੰ ਦੁਆ ਦੀ ਨਹੀਂ, ਦੁਆ ਦੀ ਲੋੜ ਹੈ, ਦਵਾਈ ਚਾਹੀਦੀ ਹੈ। ਤੇ ਦੂਜੇ ਪਾਸੇ ਕਾਂਗਰਸ ਕਹਿੰਦੀ ਆ ਕਿ ਉਹਨੇ ਸਾਡਾ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਤੁਸੀਂ ਇਸ ਗੁਲਾਮ ਨਬੀ ਆਜ਼ਾਦ ਦੀ ਜਿਹੜੀ ਸਟੇਟਮੈਂਟ ਨੂੰ ਕਿਵੇਂ ਲੈਂਦੇ ਹੋ? ਹਾਲਾਂਕਿ ਉਹਨਾਂ ਨੇ ਬੀਜੇਪੀ ਪਾਰਟੀ ਜੁਆਇਨ ਕਰਨ ਤੋਂ ਇਨਕਾਰ ਕੀਤਾ ਹੈ, ਕੀ ਕਹਿਣਾ ਚਾਹੁੰਦੇ ਆ? ਗੁਲਾਮ ਨਬੀ ਆਜ਼ਾਦ ਦੀ ਦਵਾਈ ਜਿਹੜੀ ਹੈ ਉਹ ਰਾਜ ਸਭਾ ਦੀ ਸੀਟ ਹੈ। ਉਹ ਰਾਜ ਸਭਾ ਚੋਂ ਰਿਟਾਇਰ ਹੋ ਗਏ ਆ। ਕਾਂਗਰਸ ਨੇ ਕਿਸੇ ਪਾਸੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਕਿਹਾ ਨਹੀਂ ਵੀ ਤੁਹਾਨੂੰ ਬਣਾ ਦਿਆਂਗੇ ਦੁਬਾਰਾ। ਇਹ ਜਿਨ੍ਹਾਂ ਲੋਕਾਂ ਦੇ ਅਮਲੀਆਂ ਵਾਲਾ ਗੱਲ ਹੈ ਨਾ, ਅਮਲੀ ਨੂੰ ਇੱਕ ਵਾਰੀ ਅਮਲ ਲੱਗ ਜਾਏ ਤਾਂ ਉਹ ਛੱਡ ਨਹੀਂ ਸਕਦਾ। ਇਹ ਸਿਆਸਤ ਵਾਲਿਆਂ ਦੀ ਵੀ ਇਹੀ ਗੱਲ ਹੈ। ਹੁਣ 35 ਸਾਲ ਤੋਂ ਕਾਂਗਰਸ ਦੇ ਅੰਦਰ ਵਜ਼ੀਰ ਰਹਿੰਦਾ ਆਇਆ ਤੇ ਹੁਣ ਰਾਜ ਸਭਾ ਦੀ ਸੀਟ ਖੁੱਸੀ ਹੈ ਤੇ ਉਹ ਵਿਹਲਾ ਹੋ ਗਿਆ ਤੇ ਉਹਨੂੰ ਲੱਗਣ ਲੱਗ ਪਿਆ ਵੀ ਜਿਹਨੂੰ ਮੈਂ ਗਲਤ ਸਮਝਦਾ ਸੀਗਾ ਉਹ ਠੀਕ ਹੈ, ਕਿਉਂਕਿ ਉਧਰੋਂ ਵੀ ਉਹਨੂੰ ਆਸ ਹੈ ਕਿ ਕਿਧਰੇ ਨਾ ਕਿਧਰੇ ਮੈਨੂੰ ਮਿਲ ਜਾਏਗਾ ਕੁਛ ਨਾ ਕੁਛ। ਇਹ ਜਿਹੜੇ ਮੁਨਾਫੇਖੋਰ ਮੈਂ ਪਹਿਲਾਂ ਕਿਹਾ, ਇਹਨਾਂ ਨੂੰ ਇਹ ਨਹੀਂ ਕਿ ਲੋਕਾਂ ਦੀ, ਹੁਣ ਉਹਨੂੰ ਚਾਹੀਦਾ ਸੀਗਾ ਵੀ ਮੇਰੇ ਕੋਲ ਰਾਜ ਸਭਾ ਦੀ ਸੀਟ ਨਹੀਂ ਰਹੀ, ਮੈਂ ਕਸ਼ਮੀਰ 'ਚ ਜਾ ਕੇ, ਕਿਉਂਕਿ ਇਸ ਵੇਲੇ ਕਸ਼ਮੀਰ 'ਚ ਬਹੁਤ ਕੁਛ ਹੋ ਰਿਹਾ ਹੈ। ਜੇ ਤੁਸੀਂ ਉੱਥੋਂ ਦੀਆਂ ਰਿਪੋਰਟਾਂ ਪੜ੍ਹੋ, ਅਸੀਂ ਮੀਡੀਆ ਤੇ ਬੈਠੇ ਹਾਂ, ਮੀਡੀਆ ਦਾ ਜੋ ਹਾਲ ਉੱਥੇ ਹੋ ਰਿਹਾ ਹੈ ਉਹਦੀਆਂ ਰਿਪੋਰਟਾਂ ਪੜ੍ਹ ਕੇ ਤੁਹਾਡਾ ਦਿਲ ਦਹਿਲ ਜਾਂਦਾ ਹੈ ਕਿ ਉੱਥੇ ਲੋਕ ਕਿਵੇਂ ਜਿਉਂਦੇ ਨੇ, ਜਿਹੜੇ ਬੁੱਧੀਜੀਵੀ ਨੇ, ਪੱਤਰਕਾਰ ਨੇ, ਉਹ ਕਿਵੇਂ ਆਪਣੀ ਰੋਟੀ ਚਲਾ ਰਹੇ ਆ। ਇਹ ਸਾਰੀਆਂ ਗੱਲਾਂ ਜੇ ਗੁਲਾਮ ਨਬੀ ਆਜ਼ਾਦ ਨੂੰ ਵੀ ਪਤਾ ਹੈ ਤਾਂ ਉਹਨੂੰ ਚਾਹੀਦਾ ਸੀਗਾ ਕਿ ਇਹ ਜਾ ਕੇ ਕਸ਼ਮੀਰੀਆਂ ਨੂੰ ਜਾ ਕੇ ਦੱਸਦਾ ਕਿ ਇਹ ਭਾਈ ਕਿਉਂ ਹੋ ਰਿਹਾ ਹੈ, ਤੇ ਸਰਕਾਰ ਜਿਹੜੇ ਮੋਦੀ ਸਾਹਿਬ ਦੀ ਉਹ ਸਿਫਤ ਕਰਦੇ ਆ ਉਹਨੂੰ ਜਾ ਕੇ ਦੱਸਦਾ ਵੀ ਕਸ਼ਮੀਰ ਦਾ ਤਾਂ ਆਹ ਹਾਲ ਹੋ ਗਿਆ, ਕਸ਼ਮੀਰ ਦਾ ਕੁਝ ਕਰੋ। ਉਹਨਾਂ ਨੂੰ ਆਪਣੀ ਫਿਕਰ ਪੈ ਜਾਂਦੀ ਹੈ ਇਹਨਾਂ ਸਿਆਸਤਦਾਨਾਂ ਨੂੰ। ਹੁਣ ਜਿੰਨੇ ਵੀ ਦੇ ਰਹੇ ਆ ਅਸਤੀਫੇ, ਕਿਉਂਕਿ ਕਾਂਗਰਸ ਇਸ ਵੇਲੇ ਢਹਿੰਦੀ ਕਲਾ 'ਚ ਆ, ਥੱਲੇ ਵੱਲ ਜਾ ਰਹੀ ਹੈ, ਅਗਵਾਈ ਹੈ ਕੋਈ ਨਹੀਂ। 2 ਸਾਲ ਤੋਂ 2.5 ਸਾਲ ਤੋਂ ਤਾਂ ਉਹਨਾਂ ਦਾ ਪ੍ਰਧਾਨ ਹੀ ਕੋਈ ਨਹੀਂ ਹੈ। ਜਿਹੜੀ ਪਾਰਟੀ ਬਿਨਾਂ ਡਰਾਈਵਰ ਤੋਂ ਚੱਲੀ ਜਾਂਦੀ ਹੈ
ਉਹ ਪਾਰਟੀ ਨੇ ਜਾਣਾ ਕਿੱਧਰ ਨੂੰ। ਦੂਜੀ ਗੱਲ, ਪਹਿਲਾਂ ਉਹ ਕੁਝ ਨਾ ਕੁਝ ਨੀਤੀਆਂ ਸਨ, ਕੁਝ ਨਾ ਕੁਝ ਜੁੜੇ ਹੋਏ ਸਨ ਕਿ ਅਸੀਂ ਜਮਹੂਰੀ ਹੈ, ਪਰ ਹੁਣ ਤਾਂ ਉੱਥੇ ਜਮਹੂਰੀ ਕਾਹਦੇ ਰਹਿ ਗਏ ਆ। ਸਾਰੀਆਂ ਪਾਰਟੀਆਂ ਜਮਹੂਰੀਅਤ ਨਾਲ ਤਾਂ ਸਾਡੀਆਂ ਪਾਰਟੀਆਂ ਦਾ ਕੋਈ ਸੰਬੰਧ ਹੈ ਨਹੀਂ, ਕਹੀ ਜਾਂਦੇ ਆ। ਤੁਸੀਂ ਇੱਕੋ ਹੀ ਗੱਲ ਤੋਂ ਲੈ ਲਓ, ਕਿਸੇ ਪਾਰਟੀ 'ਚ ਖੱਬੀਆਂ ਪਾਰਟੀਆਂ ਜਿਨ੍ਹਾਂ ਕੋਲੇ ਹੈ ਹੀ 2.5 ਟਰੂ ਨੇ, ਉਹ ਖੱਬੀਆਂ ਪਾਰਟੀਆਂ ਤੋਂ ਬਿਨਾਂ ਬਾਕੀ ਕਿਸੇ ਪਾਰਟੀ ਦੀ ਅੰਦਰਲੀ ਜਮਹੂਰੀਅਤ ਹੈ ਨਹੀਂ, ਚੋਣ ਹੀ ਨਹੀਂ ਹੁੰਦੀ। ਪ੍ਰਧਾਨ ਜਿਹਨੂੰ ਮਰਜ਼ੀ ਸੂਬੇ ਦਾ ਪ੍ਰਧਾਨ ਲਾਉਣ ਦਾ, ਜਿਹਨੂੰ ਮਰਜ਼ੀ ਜ਼ਿਲ੍ਹੇ ਦਾ ਪ੍ਰਧਾਨ ਲਾਉਣ ਦਾ, ਸੈਕਟਰੀ ਲਾਉਣ ਦਾ। ਇਹ ਕੀ ਗੱਲ ਹੋਈ? ਲੋਕਾਂ ਦੀ ਤਾਂ ਉਹਦੇ ਸ਼ਮੂਲੀਅਤ ਨਹੀਂ। ਜਿੰਨੇ ਪਾਰਟੀ ਦੇ ਮੈਂਬਰ ਨੇ, ਇਹ ਗੱਲ ਸਾਡੇ ਪੰਜਾਬ 'ਚ ਵੀ ਸਾਰੀਆਂ ਪਾਰਟੀਆਂ ਤੇ ਅੱਜ ਕੱਲ ਬੜੇ ਕੱਟੜ ਇਮਾਨਦਾਰ ਨੇ। ਕੱਟੜ ਇਮਾਨਦਾਰਾਂ ਦੀ ਪਾਰਟੀ 'ਚ ਵੀ ਦਿੱਲੀੋਂ ਲੱਗਦੇ ਨੇ ਸਾਰੇ ਹੀ। ਸੁਖਬੀਰ ਸਿੰਘ ਬਾਦਲ ਜਿਹਨੂੰ ਮਰਜ਼ੀ ਲਾ ਦੇਵੇ, ਜਿਹਨੂੰ ਮਰਜ਼ੀ ਹਟਾ ਦੇਵੇ, ਇਹੀ ਗੱਲ ਬਾਕੀ ਪਾਰਟੀਆਂ ਦੀ ਹੈ। ਇਹ ਧਨਾੜ ਪਾਰਟੀਆਂ ਦਾ ਇੱਕੋ ਇੱਕ ਜੁਗਾੜ ਹੁੰਦਾ ਹੈ ਕਿ ਰੌਲਾ ਜਮਹੂਰੀਅਤ ਦਾ, ਪਰ ਉਹਨਾਂ ਦੀ ਆਪੋ ਆਪਣੀ ਜ਼ਾਰਸ਼ਾਹੀ ਚੱਲਦੀ ਹੈ, ਜਿਹਨੂੰ ਆਪਾਂ ਡਿਕਟੇਟਰਸ਼ਿਪ ਕਹਿੰਦੇ ਆ। ਇਹ ਪ੍ਰਧਾਨ ਜੋ ਮਰਜ਼ੀ ਕਰੇ, ਸਿਆਹ ਕਰੇ, ਸੁਆਹ ਕਰੇ। ਅੱਜ ਕਾਂਗਰਸ ਦੀ ਇਹੀ ਹਾਲਤ ਹੈ ਨਾ। ਜੇ ਜ਼ਿਲ੍ਹੇ ਦਾ ਵੀ ਪ੍ਰਧਾਨ ਲੱਗਦਾ ਹੈ ਪੰਜਾਬ 'ਚ, ਤਾਂ ਉਹ ਰਾਹੁਲ ਗਾਂਧੀ ਪ੍ਰਧਾਨ ਵੀ ਹੈ ਨਹੀਂ, ਫੇਰ ਵੀ ਲਾਈ ਜਾਂਦਾ। ਇਸ ਕਰਕੇ ਇਸ ਪਾਰਟੀ ਦਾ ਜਿਹੜਾ ਬੇੜਾ ਡੁੱਬਿਆ, ਇਸੇ ਕਰਕੇ ਡੁੱਬਿਆ। ਕਿਹਦੀ ਹੁਣ ਆਪਾਂ ਅੱਗੇ ਵਧਾਂਗੇ। ਅਸੀਂ ਗੱਲ ਕਰਦੇ ਹਾਂ ਸਮਾਜ ਸੇਵੀ, ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੀ, ਜਿਸ ਤੋਂ ਪ੍ਰਭਾਵਿਤ ਹੋ ਕੇ ਕੇਜਰੀਵਾਲ, ਮਨੀਸ਼ ਸਿਸੋਦੀਆ ਔਰ ਵਿਸ਼ਵਾਸ ਹੁਣੀ ਆਮ ਆਦਮੀ ਪਾਰਟੀ ਦੀ ਸਿਰਜਣਾ ਕੀਤੀ। ਤੇ ਹੁਣ ਅੰਨਾ ਹਜ਼ਾਰੇ ਨੇ ਇੱਕ ਖਤ ਲਿਖਿਆ ਹੈ ਕੇਜਰੀਵਾਲ ਜੀ ਨੂੰ। ਤੁਸੀਂ ਉਹਦੇ ਬਾਰੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਆ ਜੀ? ਕਿਉਂਕਿ ਅੰਨਾ ਹਜ਼ਾਰੇ ਨੂੰ ਲੋਕ ਭੁੱਲ ਚੁੱਕੇ ਆ। ਅੰਨਾ ਹਜ਼ਾਰੇ ਤਾਂ ਸਿਰਫ ਇਹ ਦੱਸਦਾ ਵੀ ਮੈਂ ਹੈਗਾ ਹਾਂ, ਹੋਰ ਖਤ ਦਾ ਮਤਲਬ ਮੈਨੂੰ ਤਾਂ ਕੋਈ ਲੱਭਾ ਨਹੀਂ। ਉਹਨੇ ਤਾਂ ਇਹੀ ਦੱਸਿਆ ਵੀ ਮੈਂ ਅਜੇ ਹੈਗਾ, ਭਾਈ ਮੇਰੀ ਵੀ ਸੁਣ ਲੈ। ਪਰ ਕੇਜਰੀਵਾਲ ਨੇ ਨਾਲ ਹੀ ਜਵਾਬ ਦੇ ਦਿੱਤਾ ਵੀ ਇਹ ਤਾਂ ਭਾਈ ਹੁਣ ਭਾਜਪਾ ਦੇ ਹੱਥਾਂ 'ਚ ਖੇਡਦਾ ਹੈ। ਪਹਿਲਾਂ ਉਹ ਕਿਹਦੇ ਹੱਥਾਂ 'ਚ ਖੇਡਦਾ ਸੀਗਾ? ਕੇਜਰੀਵਾਲ ਨੂੰ ਇਹ ਵੀ ਦੱਸਣਾ ਪੈਣਾ ਹੈ ਨਾਲ ਦੀ ਨਾਲ। ਠੀਕ ਹੈ, ਅੰਨਾ ਹਜ਼ਾਰੇ ਦੀ ਗੱਲ ਠੀਕ ਵੀ ਹੋ ਸਕਦੀ ਹੈ, ਪਰ ਉਹਦਾ ਕੋਈ ਅਸਰ ਨਾ ਪਹਿਲਾਂ ਹੋਇਆ ਨਾ ਹੁਣ ਹੋਣਾ, ਕਿਉਂਕਿ ਉਹਨੇ ਤਾਂ ਕਿਹਾ ਸੀਗਾ ਵੀ ਸਿਆਸੀ ਪਾਰਟੀ ਨਾ ਬਣਾਇਓ। ਇਹਨੇ ਵੀ ਵਚਨ ਦੇ ਦਿੱਤਾ ਸੀਗਾ ਵੀ ਅਸੀਂ ਸਿਆਸੀ ਪਾਰਟੀ ਬਣਾਉਣੀ ਨਹੀਂ। ਉਹ ਹੁਣ ਸੱਤਾ ਦਾ ਉਸ ਪੈ ਗਿਆ, ਬਸ ਇਹੀ ਆ। ਹੋਰ ਅੰਨਾ ਹਜ਼ਾਰੇ ਨਾਲ ਸਾਰਿਆਂ ਨੂੰ ਹੀ ਪਤਾ ਵੀ ਉਹ ਕਿੱਥੋਂ ਆਇਆ, ਕਿੱਧਰ ਗਿਆ, ਤੇ ਕਿਹੜੀ ਪਾਰਟੀ ਨੇ ਉਹਨੂੰ ਚੱਕ ਚਕਾ ਕੇ ਰਿਸ਼ਵਤਖੋਰੀ ਦੇ ਖਿਲਾਫ ਜੀ, ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਚਲਾਤੀ। ਉਹ ਭ੍ਰਿਸ਼ਟਾਚਾਰ ਖਤਮ ਹੋ ਗਿਆ। ਅੰਨਾ ਹਜ਼ਾਰੇ ਤਾਂ ਆਪਣੇ ਪਿੰਡ ਨੂੰ ਚਲਾ ਗਿਆ। ਉਹ ਭ੍ਰਿਸ਼ਟਾਚਾਰ ਉੱਥੇ ਦਾ ਉੱਥੇ ਹੀ ਆ, ਉੱਥੇ ਨਹੀਂ ਹੈ, ਵਧਿਆ ਹੈ ਅੱਗੇ ਨਾਲੋਂ। ਉਹ 5-4 ਮਹੀਨੇ 7 ਮਹੀਨੇ ਇੱਕ ਖਤ ਲਿਖ ਦਿੰਦਾ ਕਿਸੇ ਨਾ ਕਿਸੇ ਨੂੰ, ਜਾਂ ਅਖਬਾਰਾਂ ਵਾਲਿਆਂ ਨੂੰ ਸੱਦ ਕੇ ਕਹਿੰਦਾ ਵੀ ਮਾਈ ਆਹ ਇੱਕ ਮਾੜਾ ਜਿਹਾ ਲਾ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਅੰਨਾ ਹਜ਼ਾਰੇ ਜੀ ਪਿੰਡ ਹੈਗਾ ਹੈ। ਪਰ ਕੇਰ ਜੀ, ਇਹਦੇ ਬਾਰੇ ਹੁਣ ਜੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਵੀ ਮੇਰੇ ਖਿਆਲ ਹੁਣ ਜਿਹੜੀ ਅਕਾਲੀ ਪਾਰਟੀ ਆ ਜਾਂ ਕਾਂਗਰਸ ਪਾਰਟੀ ਆ, ਉਹਨਾਂ ਨੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ, ਜਿਹੜੀ ਇਹਦੀ ਆਬਕਾਰੀ ਨੀਤੀ ਹੈ, ਜਿਸ ਦੇ ਅਸਰ ਦੇ ਤਹਿਤ ਮੇਰੇ ਖਿਆਲ ਅੰਨਾ ਹਜ਼ਾਰੇ ਨੇ ਖਤ ਲਿਖਿਆ ਹੈ। ਤੇ ਨਾਲ ਦੀ ਨਾਲ ਮਨੀਸ਼ ਸਿਸੋਦੀਆ ਦੀ ਵੀ ਜਿਹੜੀ ਹੁਣ ਸੁਣਵਾਈ ਹੋ ਰਹੀ ਹੈ ਜਾਂ ਉਸ ਦੀ ਪੁੱਛ ਪੜਤਾਲ ਹੋ ਰਹੀ ਆ। ਤੇ ਤੁਸੀਂ ਇਸ ਆਬਕਾਰੀ ਨੀਤੀ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਇਹਦੇ ਵਿੱਚ ਕੋਈ ਪਾਰਦਰਸ਼ਤਾ ਹੈ ਤੇ ਜਾਂ ਇਹਦੇ ਵਿੱਚ ਵੀ ਕੋਈ ਘੁਟਾਲਾ ਹੈ, ਜਿਹਦੇ ਤਹਿਤ ਹੁਣ ਦੇਖਦੇ ਆ ਮਨੀਸ਼ ਸਿਸੋਦੀਆ ਨੂੰ ਜਿਹੜੀ ਦਿੱਲੀ ਦੀ ਪੁਲਿਸ ਹੈ, ਉਹਨੇ ਉਸਦੇ ਉੱਤੇ ਕਈ ਜਿਹੜੇ FIR ਦਰਜ ਕੀਤੇ, ਉਹਦੇ ਲੋਕਰਾਂ ਦੀ ਤਲਾਸ਼ੀ ਵੀ ਕੀਤੀ ਲਈ ਜਾ ਰਹੀ ਹੈ। ਕੀ ਕਹਿਣਾ ਚਾਹੁੰਦੇ ਆ? ਸਿੰਦਰ ਜੀ, ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਇਸ ਵੇਲੇ ਕੇਂਦਰ 'ਚ ਜਿਹੜੀ ਹਕੂਮਤ ਹੈ ਭਾਜਪਾ ਦੀ ਆ, ਤੇ ਭਾਜਪਾ ਕਾਂਗਰਸ ਨੂੰ ਖਤਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਹ ਹਕੂਮਤੀ ਪਾਰਟੀ ਦਾ ਵੀ ਇੱਕ ਦਾਅ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਉਭਾਰੋ, ਉਹਨੂੰ ਉਭਾਰ ਕੇ ਘੱਟੋ ਘੱਟ, ਜੇ ਹੋਰ ਨਹੀਂ ਤਾਂ ਕਾਂਗਰਸ ਦਾ ਪਾਸੇ ਕੀਤਾ ਜਾ ਸਕਦਾ ਨਾ। ਹਾਲਾਂਕਿ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਜੇ ਕਹੀਏ ਤਾਂ, ਕਿਉਂਕਿ ਉਹਦੇ 'ਚ ਅਜੇ ਕੁਝ ਨਾ ਕੁਝ ਬਚੇ ਹੋਏ ਜਿਹੜੇ ਲੋਕ ਨੇ, ਉਹ ਪੁਰਾਣੇ ਲੋਕ ਵੀ ਹੈਗੇ ਜਿਨ੍ਹਾਂ ਨੇ ਆਜ਼ਾਦੀ ਵੇਲੇ ਵੀ ਹਿੱਸਾ ਲਿਆ, ਆਜ਼ਾਦੀ ਦੀ ਲਹਿਰ 'ਚ ਹਿੱਸਾ ਲਿਆ, ਸੰਗਰਾਮ 'ਚ ਹਿੱਸਾ ਲਿਆ। ਪਰ ਆਮ ਆਦਮੀ ਪਾਰਟੀ ਤਾਂ ਇੱਦਾਂ ਦੇ ਕੋਈ ਲੋਕ ਨਹੀਂ ਨਾ। ਇਹ ਤਾਂ ਨਵੇਂ ਲੋਕ ਨੇ, ਨਵੀਂ ਤਕਨੋਲੋਜੀ ਤੇ ਨਵਾਂ ਕੁਝ ਸੋਚਣ ਵਾਲੇ ਲੋਕ ਨੇ। ਪਰ ਫੇਰ ਵੀ ਜਿਹੜੀ ਇਹ ਗੱਲ ਆ ਜਾਂਦੀ ਹੈ, ਜਿਹੜੀ ਸ਼ਰਾਬ ਨੀਤੀ ਦੀ ਤੁਸੀਂ ਗੱਲ ਕਰਦੇ ਆ, ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਵੀ ਪੰਜਾਬ 'ਚ 500 ਕਰੋੜ ਦਾ ਹੋ ਗਿਆ। ਜਦੋਂ ਪੁੱਛਦੇ ਆ ਲੋਕ ਜਾਂ ਪੱਤਰਕਾਰ ਵੀ ਪੁੱਛਦੇ ਆ ਵੀ ਤੁਸੀਂ ਤਾਂ ਬਹੁਤ ਪ੍ਰਚਾਰ ਕੀਤਾ ਸੀਗਾ, ਉਹ ਤੇ ਬਹੁਤ ਕਰੋੜ ਰੁਪਈਏ ਲੱਗੇ ਜੀ ਆਪਣੇ ਇਸ਼ਤਿਹਾਰਬਾਜ਼ੀ ਤੇ, ਕਿ ਇਹ ਐਡੀ ਨੀਤੀ ਵਧੀਆ, ਇੱਥੇ ਤਾਂ ਇੰਨਾ ਸਾਨੂੰ ਮੁਆਵਜ਼ਾ ਆ ਜਾਣਾ, ਸਾਨੂੰ ਇੰਨਾ ਟੈਕਸ ਆ ਜਾਣਾ ਸ਼ਰਾਬ ਨੀਤੀ ਚੋਂ। ਉਹਦੀ ਬੜੀ ਸਿਫਤ ਕੀਤੀ ਗਈ ਸੀ। ਜੇ ਇੰਨੀ ਚੰਗੀ ਨੀਤੀ ਸੀਗੀ ਤਾਂ ਉਹਨੂੰ ਵਾਪਸ ਲੈਣ ਦਾ ਕਾਰਨ ਕੀ ਆ, ਇਹ ਨਹੀਂ ਇਹਨਾਂ ਨੇ ਦੱਸਿਆ।
ਵਾਪਸ ਲੈਣ ਦਾ ਕਾਰਨ ਦੱਸ ਦੇ। ਜਦੋਂ ਚੰਗੀ ਨੀਤੀ ਹੈ, ਹੁਣ ਪਤਾ ਨਹੀਂ ਪੰਜਾਬ ਦੀ ਨੀਤੀ ਕਦੋਂ ਵਾਪਸ ਲੈ ਲੈਣ। ਅਜੇ ਤਾਂ ਇਹੀ ਆ, ਅਜੇ ਤਾਂ ਦਿੱਲੀ ਦੀ ਨੀਤੀ ਵਾਪਸ ਲਈ ਗਈ ਹੈ। ਦੂਜੀ ਗੱਲ, ਜਿਹੜੇ ਕਹਿੰਦੇ ਆ ਵੀ ਕੇਂਦਰ ਦੀ ਸਰਕਾਰ, ਉਹ ਤਾਂ ਉਹਨਾਂ ਕੋਲੇ ਭਾਈ ਏਜੰਸੀਆਂ ਨੇ, ਏਜੰਸੀਆਂ ਹਰ ਕਿਸੇ ਦੇ ਮਗਰ ਲਾਉਂਦੀਆਂ ਨੇ। ਉਹ ਜਿਹੜੇ ਵੀ ਵਿਰੋਧੀ ਨੇ, ਉਹਦੇ 'ਚ ਕੋਈ ਆਮ ਆਦਮੀ ਪਾਰਟੀ ਨਾਲ ਰਹਿਤ ਕਰਨ ਵਾਲੀ ਗੱਲ ਨਹੀਂ। ਜਦੋਂ ਉਹ ਪੁੱਛਦੇ ਆ ਸ਼ਰਾਬ ਘੁਟਾਲੇ ਬਾਰੇ, ਤੁਸੀਂ ਸ਼ਰਾਬ ਘੁਟਾਲੇ ਦਾ ਜਵਾਬ ਦਿਓ। ਉਹ ਕਹਿੰਦੇ ਜੀ ਨਿਊਯਾਰਕ ਟਾਈਮ 'ਚ ਸਾਡੀ ਸਕੂਲਾਂ ਦਾ ਲੇਖ ਲੱਗਿਆ, ਇਹ ਪੜ੍ਹ ਲਓ। ਤੁਸੀਂ ਭਾਈ ਸ਼ਰਾਬ ਨੀਤੀ ਪੁੱਛਦੇ ਆ, ਸ਼ਰਾਬ ਨੀਤੀ ਦਾ ਜਵਾਬ ਦੇ ਦਿਓ। ਜਦੋਂ ਸਕੂਲਾਂ ਦੀ ਗੱਲ ਪੁੱਛਣਗੇ, ਸਕੂਲਾਂ ਦਾ ਜਵਾਬ ਦੇ ਦਿਓ। ਸਕੂਲਾਂ 'ਚ ਵੀ ਤੁਸੀਂ, ਆਪਾਂ ਪਹਿਲਾਂ ਵੀ ਗੱਲ ਚੁੱਕੇ ਸਿੰਦਰ ਜੀ, ਗੱਲ ਕਰ ਚੁੱਕੇ ਹਾਂ, ਸਕੂਲਾਂ ਦੀ ਗੱਲ ਬਹੁਤ ਕਰਦੇ ਆ। ਸਾਡੇ ਪੰਜਾਬੀ ਦੇ, ਮੈਂ ਬਾਕੀ ਦੀਆਂ ਜ਼ੁਬਾਨਾਂ ਦੀ ਛੱਡ ਲੈਣਾ, ਉਹਨਾਂ ਦਾ ਮੈਨੂੰ ਪਤਾ ਨਹੀਂ। ਪੰਜਾਬੀ ਦੇ ਬਹੁਤ ਸਾਰੇ ਅਧਿਆਪਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘੱਟ ਕਰ ਦਿੱਤੇ ਦਿੱਲੀ 'ਚ। ਜੀ, ਤੁਸੀਂ ਇਹ ਦੱਸੋ ਵੀ ਐਡੀ ਬੜੀ ਮਤਲਬ ਭਾਈਚਾਰਾ ਉੱਥੇ ਵੱਸਦਾ ਹੈ ਸਾਡਾ, ਭਾਈਚਾਰੇ ਨੂੰ ਤਾਂ ਵੱਧ ਬੱਚੇ ਪਹਿਲਾਂ ਨਾਲੋਂ ਵੱਧ ਆ ਰਹੇ ਸਕੂਲਾਂ 'ਚ, ਤੇ ਟੀਚਰ ਘੱਟ ਕੀਤੇ ਜਾ ਰਹੇ। ਉਹਨਾਂ ਦਾ ਕੋਈ ਕਾਰਨ ਤਾਂ ਦੱਸੋ ਨਾ। ਮਤਲਬ ਤੁਸੀਂ ਜਾਂ ਫਿਰ ਪੰਜਾਬੀ ਨਾਲ ਬਹਿ ਰਿਹਾ, ਇਹ ਵੀ ਦੱਸੋ। ਇਹ ਦੱਸਣ ਵਾਲੀਆਂ ਗੱਲਾਂ ਜਿਹੜੀਆਂ ਇਕੱਲੇ ਕਮਰੇ ਬਣਾ ਦੇਣ ਨਾਲ, ਉਹਨਾਂ ਨੂੰ ਰੰਗ ਕਰ ਦੇਣ ਨਾਲ ਨਹੀਂ ਹੈ। ਕੀ ਦਿੱਲੀ 'ਚ ਜਿੰਨੇ ਅਧਿਆਪਕ ਚਾਹੀਦੇ ਅਧਿਆਪਕ ਹੈਗੇ? ਕੀ ਦਿੱਲੀ 'ਚ ਅਧਿਆਪਕਾਂ ਨੂੰ ਮੌਕੇ ਸਿਰ ਤਨਖਾਹ ਮਿਲਦੀ ਆ? ਉਹ ਤਾਂ ਬੈਠੇ ਰਹਿੰਦੇ ਤੀਜੇ ਦਿਨ ਧਰਨੇ ਤੇ ਤੁਸੀਂ ਕਰੀ ਜਾਂਦੇ ਆਪਣੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹਦੀਆਂ ਸਿਫਤਾਂ। ਉਹਦੇ 'ਚ ਇਹ ਹੈ, ਪਹਿਲੀ ਗੱਲ ਤਾਂ ਸਿਲੇਬਸ ਕੀ ਹੈ, ਦੂਜੀ ਗੱਲ ਕਿ ਅਧਿਆਪਕ ਕਿੰਨੇ ਨੇ ਤੇ ਉਹਨਾਂ ਦੀ ਗੁਣਵੱਤਾ ਕੀ ਹੈ। ਇੱਕ ਗੁਣਵੱਤਾ ਲਈ ਇੱਕੋ ਗੱਲ ਕਹਿੰਦੇ ਆ ਵੀ ਇਹਨਾਂ ਨੂੰ ਬਾਹਰ ਜੀ ਟ੍ਰੇਨਿੰਗ ਲਈ ਭੇਜਾਂਗੇ। ਉਹ ਆਪਣੇ ਮੁਲਕ 'ਚ ਕਿਹੜੀ ਐਸੀ ਟ੍ਰੇਨਿੰਗ ਹੈ ਜਿਹੜੀ ਨਹੀਂ ਦਿੱਤੀ ਜਾ ਸਕਦੀ, ਜਾਂ ਬਾਹਰ ਕਿੰਨੀ ਕੁ ਚੰਗੀ ਟ੍ਰੇਨਿੰਗ ਹੈ ਜਿਹੜੀ ਲੈ ਕੇ ਉਹ ਉੱਥੇ ਅਪਲਾਈ ਕਰਨਗੇ। ਇਹ ਦੱਸਣ ਵਾਲੀਆਂ ਗੱਲਾਂ ਨੇ। ਜੇ ਤੁਸੀਂ ਪੰਗਾ ਹੀ ਪਾਣਾ ਹੈ, ਕੇਂਦਰ ਸਰਕਾਰ ਨੇ ਤਾਂ ਆਪਣਾ ਪੰਗਾ ਪਾਣਾ ਕਿ ਉਹਨਾਂ ਦੀ ਕਿਸੇ ਤਰ੍ਹਾਂ ਬਣੀ ਰਹੇ, ਚੌਧਰ ਬਣੀ ਰਹੇ। ਉਹਨੀ ਹਰ ਬੰਦੇ ਨੂੰ ਤੰਗ ਕਰਨਾ ਜਿਹੜਾ ਵੀ ਉਹਨਾਂ ਨੂੰ ਤੰਗ ਕਰਦਾ ਹੈ। ਉਹਨਾਂ ਕੋਲ ਏਜੰਸੀਆਂ ਨੇ, ਇਹਨਾਂ ਕੋਲ ਏਜੰਸੀਆਂ ਨਹੀਂ, ਬਸ ਫਰਕ ਇੰਨਾ ਹੀ ਹੈ। ਕਿ ਜੀ ਹੁਣ ਆਪਾਂ ਗੱਲ ਕਰਾਂਗੇ ਥੋੜੀ ਦੁਨੀਆ ਦੇ ਪੱਧਰ ਦੇ ਉੱਤੇ। ਅਸੀਂ ਗੱਲ ਕਰਦੇ ਹਾਂ ਮਿਖਾਇਲ ਗੋਰਬਾਚੋਵ ਦੀ। ਬੜੇ ਲੰਮੇ ਸਮੇਂ ਤੋਂ ਜੋ ਅਮਰੀਕਾ ਤੇ ਰੂਸ ਦੀ ਠੰਡੀ ਜੰਗ ਚੱਲ ਰਹੀ ਸੀ, ਉਸ ਠੰਡੀ ਜੰਗ ਨੂੰ ਖਤਮ ਕਰਨ ਵਾਲਾ ਇੱਕੋ ਇੱਕ ਜਿਹੜਾ USSR, ਜਿਹੜੀ ਕਿ ਪੁਰਾਣਾ ਜਿਸਨੂੰ ਅਸੀਂ ਰੂਸ ਕਹਿੰਦੇ ਆ, ਉਹਦਾ ਜਿਹੜਾ ਆਗੂ ਸੀ ਮਿਖਾਇਲ ਗੋਰਬਾਚੋਵ, 91 ਸਾਲ ਦੀ ਉਮਰ ਦੇ ਵਿੱਚ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਹੈ। ਤੇ ਉਸਦਾ ਜਿਹੜਾ ਸੋਗ ਹੈ, ਬਹੁਤ ਸਾਰੇ ਜਿਹੜੇ ਲੋਕ ਨੇ ਉਹ ਮਨਾ ਰਹੇ ਨੇ। ਤੁਸੀਂ ਗੋਰਬਾਚੋਵ ਜੀ ਬਾਰੇ ਕੀ ਕਹਿਣਾ ਚਾਹੁੰਦੇ ਆ ਕੇਰ ਜੀ? ਦੇਖੋ, ਸੋਗ ਤਾਂ ਹਰ ਬੰਦੇ ਦਾ ਮਨਾਇਆ ਜਾਂਦਾ ਜਿਹੜਾ ਵੀ ਇਸ ਦੁਨੀਆ ਨੂੰ ਛੱਡ ਜਾਂਦਾ। ਉਹ ਜਿਹੜਾ ਬੜਾ ਬੰਦਾ ਸੀਗਾ ਉਹਦਾ ਬੜੇ ਪੱਧਰ ਤੇ ਸੋਗ ਮਨਾਉਣਗੇ, ਪਰ ਰੂਸੀ ਸੋਗ ਕਿੰਨਾ ਮਨਾਉਂਦੇ ਆਪਾਂ ਇਹ ਸੋਚਣਾ ਹੈ। ਬਿਲਕੁਲ। ਰੂਸੀ ਇਹ ਚੰਗੇ ਪਰਿਵਾਰ ਚੋਂ ਆਇਆ। ਇਹਦੇ ਦਾਦਾ ਤੇ ਨਾਨਾ ਦੋਵੇਂ ਬੜੇ ਜਿਹੜੇ ਸਟਾਲਿਨ ਦੀ ਕੈਦ 'ਚ ਰਹੇ ਆ। ਇਹਦਾ ਦਾਦਾ ਤਾਂ 8 ਸਾਲ ਸਾਈਬੇਰੀਆ 'ਚ ਕੈਦ ਰਿਹਾ। ਨਾਨੇ ਨੂੰ ਵੀ ਬੜੀਆਂ ਤਕਲੀਫਾਂ ਆਈਆਂ। ਗੋਰਬਾਚੋਵ ਦਾ ਪਿਓ ਜਿਹੜਾ ਸੀਗਾ ਉਹ ਦੂਸਰੀ ਸੰਸਾਰ ਜੰਗ 'ਚ ਮਾਰਿਆ ਗਿਆ ਸੀਗਾ। ਤੇ ਇਹ ਗੱਲ ਕਰੀਏ ਕਿ 91 ਸਾਲ 'ਚ ਇਸ ਵੇਲੇ ਚਲਾ ਗਿਆ, ਪਰ ਇਹਨੇ ਜਦੋਂ 1988 ਤੋਂ 91 ਤੱਕ ਤਾਂ ਇਹ ਰਿਹਾ ਰਾਜ ਦਾ ਮੁਖੀ। ਪਰ ਉਹ ਤੋਂ ਪਹਿਲਾਂ ਇਹ ਕਮਿਊਨਿਸਟ ਪਾਰਟੀ ਦਾ ਜਨਰਲ ਸੈਕਟਰੀ, ਕਿਉਂਕਿ ਜਨਰਲ ਸੈਕਟਰੀ ਉੱਥੇ ਸਰਵੇ ਹੀ ਹੁੰਦਾ ਹੈ, ਉਹ 1985 ਤੋਂ 91 ਤੱਕ ਰਿਹਾ ਹੈ। ਪਰ ਇਹਨੇ ਜਦੋਂ ਆ ਕੇ ਗੱਲ ਤੋਰੀ, ਇੱਕ ਇਹਦੇ ਦੋ ਸ਼ਬਦ ਬੜੇ ਮਸ਼ਹੂਰ ਹੋਏ ਸਨ, ਗਲਾਸਨੋਸਟ ਤੇ ਪੈਸਟਰੋਇਕਾ। ਗਲਾਸਨੋਸਟ ਦਾ ਮਤਲਬ ਸੀਗਾ ਵੀ ਬੋਲਣ ਦੀ ਆਜ਼ਾਦੀ ਦੇਣੀ ਲੋਕਾਂ ਨੂੰ, ਤੇ ਦੂਜਾ ਜਿਹੜਾ ਪੈਸਟਰੋਇਕਾ ਸੀਗਾ ਵੀ ਉਹਦਾ ਨਵੀਨੀਕਰਨ ਕਰਨਾ, ਉਹਦੇ ਜਿਹੜੇ ਪੁਨਰਗਠਨ ਕਰਨਾ ਰਾਜ ਦਾ। ਪੁਨਰਗਠਨ ਕਰਨ ਦੀ ਤਾਂ ਲੋੜ ਨਹੀਂ ਸੀ ਐਡੀ। ਹਾਂ, ਆਜ਼ਾਦੀ ਲਈ ਇਹ ਜ਼ਰੂਰੀ ਹੈ, ਪਰ ਇੱਕ ਗੱਲ ਇੱਥੇ ਚੇਤੇ ਰੱਖਣ ਦੀ ਲੋੜ ਹੈ ਸ਼ਿੰਦਰਪਾਲ ਜੀ, ਕਿ ਮਾਰਕਸ ਦਾ ਜਿਹੜਾ ਕਹਿਣਾ ਹੈ ਕਿ ਸਮਾਜਵਾਦ ਤਾਂ ਬਿਨਾਂ ਬਰਾਬਰੀ ਤੋਂ ਹੁੰਦਾ ਹੀ ਨਹੀਂ। ਜੇ ਬਰਾਬਰੀ ਹੈ ਉੱਥੇ ਬੋਲਣ ਦੀ ਆਜ਼ਾਦੀ ਵੀ ਹੋਣੀ ਚਾਹੀਦੀ। ਬੋਲਣ ਦੀ ਆਜ਼ਾਦੀ ਤੋਂ ਬਿਨਾਂ ਤਾਂ ਸਮਾਜਵਾਦ ਹੀ ਅਧੂਰਾ ਹੈ। ਜੇ ਤੁਹਾਡੇ ਸਮਾਜਵਾਦ ਹੈ ਤਾਂ ਉਹਦੇ ਲਈ ਤੁਸੀਂ ਬਿਨਾਂ ਰੌਲਾ ਪਾਇਆ ਵੀ ਉਹਨੂੰ ਅਧੂਰੇ ਤੋਂ ਪੂਰਾ ਕਰ ਸਕਦੇ ਸੀਗੇ। ਤੇ ਜਦੋਂ ਅੱਜ ਆਪਾਂ ਦੇਖਦੇ ਨਾ, ਆਪਣਾ ਜਿਹੜਾ ਯੂਕਰੇਨ ਦਾ ਮਸਲਾ ਤੁਰਿਆ ਆਂਦਾ, ਯੂਕਰੇਨ ਇਹਨਾਂ ਦੇ ਨਾਲ ਰਹਿਣਾ ਚਾਹੁੰਦਾ ਸੀਗਾ, ਬੇਲਾਰੂਸ ਇਹਨਾਂ ਦੇ ਨਾਲ ਰਹਿਣਾ ਚਾਹੁੰਦਾ ਸੀਗਾ। ਇਹ ਗੋਰਬਾਚੋਵ ਦੇ ਮੌਕੇ ਹੀ ਪਰੇ ਗਏ ਆ, ਇਹਨਾਂ ਨੂੰ ਵੱਖ ਕੀਤਾ ਗਿਆ ਹੈ। ਅੱਜ ਦਾ ਪੁਆੜਾ ਵੀ ਗੋਰਬਾਚੋਵ ਦਾ ਪਾਇਆ ਹੋਇਆ ਪੁਆੜਾ ਹੀ ਹੈ। ਇਹਨੂੰ ਹੁਣ ਜਿਹੜਾ ਦੂਜਾ ਸੰਯੁਕਤ ਰਾਸ਼ਟਰ ਦਾ ਪ੍ਰਮੁੱਖ ਹੈ ਗੁਟਰੇਸ, ਉਹਨੇ ਵੀ ਕਿਹਾ ਵੀ ਇਹਨੇ ਇਤਿਹਾਸ ਦੀ ਧਾਰਾ ਬਦਲ ਦਿੱਤੀ। ਇਹ ਗੱਲ ਠੀਕ ਆ, ਇਤਿਹਾਸ ਦੀ ਧਾਰਾ ਬਦਲਤੀ। ਜਿਹੜਾ ਸੋਵੀਅਤ ਯੂਨੀਅਨ ਸੀਗਾ ਉਹਨਾਂ ਨੂੰ ਉਹਦੀਆਂ ਫਾਕੜਾਂ ਕਰਕੇ ਸਾਰੇ ਮੁਲਕ ਜੁਦੇ ਜੁਦੇ ਕਰ ਦਿੱਤੇ।
ਇਹ ਇਤਿਹਾਸ ਦੀ ਧਾਰਾ ਬਦਲਣ ਦਾ ਕੰਮ ਹੈ। ਜੇ ਆਪਾਂ ਪੰਜਾਬੀ 'ਚ ਦੇਖੀਏ ਨਾ, ਇਹ ਇਦਾਂ ਦਾ ਲੰਬੜਦਾਰ ਸੀਗਾ ਜਿਹੜਾ ਸਾਰੇ ਪਿੰਡ ਦੇ ਤਾਂ ਸਮਝੌਤੇ ਕਰਾਉਂਦਾ ਫਿਰਦਾ ਹੈ, ਪਰ ਘਰ ਕੋਈ ਪੁੱਛਦਾ ਨਹੀਂ ਇਹਨੂੰ। ਇਹ ਹੋਇਆ ਇਦਾਂ ਹੀ ਹੋਇਆ ਹੈ ਕਿ ਇਹਨੇ ਆਪਣੇ ਮੁਲਕ ਵੱਲ ਘੱਟ ਧਿਆਨ ਦਿੱਤਾ। ਬਾਹਰਲੀਆਂ ਸਮੱਸਿਆਵਾਂ ਜਿਵੇਂ ਯੂਰਪ ਵਾਲੇ ਤਾਂ ਸਿਫਤਾਂ ਕਰਨਗੇ ਕਿਉਂਕਿ ਇਹਨਾਂ ਨੂੰ ਢਿੱਲ ਦਿੱਤੀ ਗਈ, ਇਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ। ਜਰਮਨੀ ਵਾਲੇ ਤਾਂ ਕਹਿੰਦੇ ਆ ਵੀ ਸਾਡਾ ਜੇ ਏਕੀਕਰਨ ਹੋਇਆ ਹੈ ਪੂਰਬ ਪੱਛਮ ਦਾ ਤਾਂ ਹੋਇਆ ਹੈ ਗਰਬਾਚੌਵ ਕਰਕੇ। ਜੇ ਕੰਧ ਢੱਠੀ ਹੈ ਤਾਂ ਉਹ ਕੰਧ ਵੀ ਗਰਬਾਚੌਵ ਕਰਕੇ ਢੱਠੀ ਹੈ। ਇਹਨੇ ਮਤਲਬ ਕਿਹਾ ਤਾਂ ਹੀ ਦਖਲ ਦੇ ਕੇ ਕਰਵਾਈ ਹੈ। ਇੱਕ ਗੱਲ ਜਿੰਦਰ ਜੀ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ, ਇਹ ਪੱਥਰ ਦੀਆਂ ਕੰਧਾਂ ਤੇ ਲੋਹੇ ਦੀਆਂ ਤਾਰਾਂ, ਇਸ ਕੰਧ ਦੇ ਢੱਠਣ ਤੋਂ ਬਾਅਦ ਹੋਰ ਕੰਧਾਂ ਬਣ ਰਹੀਆਂ ਹਨ। ਫਲਸਤੀਨ ਤੇ ਆਪਣੇ ਇਜ਼ਰਾਈਲ ਦੇ ਵਿਚਾਲੇ ਕੰਧ ਨਹੀਂ ਬਣ ਰਹੀ, ਮੈਕਸੀਕੋ ਤੇ ਅਮਰੀਕਾ ਦੇ ਵਿਚਾਲੇ ਕੰਧ ਨਹੀਂ ਬਣ ਰਹੀ। ਜੇ ਕੰਧਾਂ ਹੀ ਢਾਣੀਆਂ ਸਾਰੀਆਂ ਤਾਂ ਸਾਰੀਆਂ ਢਾਓ, ਪਰ ਇਹ ਕੰਧਾਂ ਤਾਂ ਢੱਠ ਜਾਣਗੀਆਂ ਜਦੋਂ ਮਰਜੀ। ਦਿਲਾਂ 'ਚ ਪਈਆਂ ਕੰਧਾਂ ਨਹੀਂ ਢੱਠਦੀਆਂ। ਸਾਡੇ ਤਾਂ ਕੋਈ ਕੰਧ ਨਹੀਂ ਨਾ ਬਾਗਾ ਬਾਰਡਰ ਤੇ, ਸਾਡੇ ਫੇਰ ਵੀ ਮਨਾਂ 'ਚ ਕੰਧਾਂ ਪਾਈਆਂ ਜਾ ਰਹੀਆਂ। ਸਾਨੂੰ ਮਨਾਂ ਦੀਆਂ ਕੰਧਾਂ ਢਾਣ ਦੀ ਲੋੜ ਹੈ। ਗਰਬਾਚੌਵ ਨੂੰ ਨੋਬਲ ਜਿਹੜਾ ਸ਼ਾਂਤੀ ਦਾ ਨੋਬਲ ਪ੍ਰਾਈਜ਼ ਵੀ ਮਿਲਿਆ ਸੀਗਾ 1990 'ਚ, ਉਹ ਇਸ ਕਰਕੇ ਦਿੱਤਾ ਗਿਆ ਤਾਂ ਕਿ ਯੂਰਪ ਵਾਲੇ ਆਪਣੇ ਤੌਰ ਤੇ ਇਹਨੂੰ ਜਿੱਤ ਸਕਣ। ਇਹਨੂੰ ਜਿੱਤਿਆ ਗਿਆ ਤੇ ਇਹਨੂੰ ਨੋਬਲ ਇਨਾਮ ਵੀ ਦਿੱਤਾ ਗਿਆ। ਬਾਅਦ 'ਚ ਇਹ ਵੀ ਮੈਂ ਕਿਧਰੇ ਪੜ੍ਹਿਆ ਹੈ, ਜਿਹੜੇ ਫੋਰਬਸ ਵਾਲੇ ਆ ਉਹਨਾਂ ਨੇ ਤਾਂ ਇਹਨੂੰ ਇੱਕ ਪ੍ਰਾਈਵੇਟ ਜੈਟ ਵੀ ਦਿੱਤਾ ਸੀਗਾ ਘੁੰਮਣ ਫਿਰਨ ਲਈ। ਤੇ ਨਾਲ ਦੀ ਨਾਲ ਗਰਬਾਚੌਵ ਨੇ ਬਹੁਤ ਸਾਰੇ ਫੰਡ ਇਕੱਠੇ ਕੀਤੇ, ਇੱਕ ਗਰਬਾਚੌਵ ਫਾਊਂਡੇਸ਼ਨ ਬਣਾਈ। ਉਹਦੇ ਰਾਹੀਂ ਇਹ ਦੁਨੀਆ 'ਚ ਜਾ ਕੇ ਕਿਧਰੇ ਲੈਕਚਰ ਕਰਦਾ ਸੀਗਾ। ਲੈਕਚਰ ਦਾ ਘੱਟੋ ਘੱਟ ਜਿਹੜਾ ਵਸੂਲ ਕਰਦਾ ਸੀਗਾ $1 ਲੱਖ। $1 ਲੱਖ ਇੱਕ ਘੰਟੇ ਦਾ ਲੈਕਚਰ ਹੋਊਗਾ ਬੜੀ ਹੱਦ। ਉਹਦੇ ਮਤਲਬ ਦੇਖੋ ਇੱਥੇ ਬੰਦਾ 20 ਪਾਉਂਡ ਜਾਂ 15 ਪਾਉਂਡ ਘੰਟੇ ਦੇ ਲੈਣ ਨੂੰ ਕਿੱਡੀਆਂ ਜਦੋਜਹਿਦਾਂ ਕਰ ਰਿਹਾ, ਉਹ ਘੰਟੇ 'ਚ 1 ਲੱਖ ਬਣਾ ਕੇ ਹੋ ਜਾਂਦਾ। ਇਸ ਕਰਕੇ ਆਪਾਂ ਜਦੋਂ ਗੱਲਾਂ ਬਹੁਤ ਜਿਹੜੀ ਤੁਸੀਂ ਗੱਲ ਕੀਤੀ ਆ, ਟੋਨੀ ਬਲੇਅਰ ਨੇ ਵੀ ਇਹ ਕੰਮ ਬਾਖੂਬੀ ਕੀਤਾ। ਉਹਨਾਂ ਨੇ ਵੀ ਜਦੋਂ ਪ੍ਰਧਾਨ ਮੰਤਰੀ ਤੋਂ ਉਹਨਾਂ ਨੂੰ ਰੁਖਸਤ ਹੋਏ ਤਾਂ ਅਖੀਰ ਦੇ ਉੱਤੇ ਤੁਸੀਂ ਅੱਧੇ ਕੁ ਮਿੰਟ ਵਾਸਤੇ ਇਸ ਨੂੰ ਕਿੱਦਾਂ ਸਮ ਅਪ ਕਰਨਾ ਚਾਹੁੰਦੇ ਸਾਰੀ ਕਹਾਣੀ ਨੂੰ? ਮੈਂ ਇਹੀ ਕਹਿਣਾ ਚਾਹਨਾ ਜੀ, ਸਾਨੂੰ ਆਪਣੇ ਤੌਰ ਤੇ ਸੁਚੇਤ ਹੋ ਕੇ ਇਹਨਾਂ ਸਿਆਸਤਦਾਨਾਂ ਬਾਰੇ ਜ਼ਰੂਰ ਜਾਣਕਾਰੀ ਇਕੱਠੀ ਕਰਕੇ ਆਪਣੇ ਤੌਰ ਤੇ ਸੁਚੇਤ ਹੋਣ ਦੀ ਲੋੜ ਹੈ। ਇਹ ਜਿਹੜਾ ਤੁਸੀਂ ਹੈਦਾ ਵੀ ਟੋਨੀ ਬਲੇਅਰ ਦਾ ਵੀ ਕਹਿਤਾ, ਇਹ ਇੱਕ ਟੋਨੀ ਬਲੇਅਰ ਨਹੀਂ, ਦੁਨੀਆ 'ਚ ਸਾਰੇ ਹੀ ਹੈ। ਜਿੱਥੇ ਵੀ ਜਾਂਦੇ ਨੇ, ਸਾਡੇ ਪਿਛਲਾ ਪ੍ਰਧਾਨ ਮੰਤਰੀ ਇੱਥੇ ਦਾ ਉਹ ਅੱਜ ਕੱਲ੍ਹ ਰੂਸ ਦੀ ਇੱਕ ਕੰਪਨੀ ਨਾਲ ਮਤਲਬ ਉਹਦਾ ਚੀਫ ਬਣੀ ਬੈਠਾ ਹੈ। ਇਹਨਾਂ ਨੂੰ ਪੈਸੇ ਦੀ ਭੁੱਖ ਬੜੀ ਹੈ ਲੋਕਾਂ ਨੂੰ। ਇਹ ਆਮ ਸਧਾਰਨ ਲੋਕ ਨਹੀਂ ਜਿਹੜੇ ਸਾਨੂੰ ਮਤਾਂ ਦਿੰਦੇ ਆ। ਤੁਸੀਂ ਇਹ ਦੇਖੋ ਕਿ ਗਰਬਾਚੌਵ ਦੁਨੀਆ 'ਚ ਕਿੰਨੀ ਮਾਨਤਾ ਸੀਗੀ, ਪਰ ਜਦੋਂ ਇਹਨੇ 1996 'ਚ ਆਪਣੀ ਪਾਰਟੀ ਬਣਾ ਕੇ ਚੋਣ ਲੜਨ ਦੀ ਕੋਸ਼ਿਸ਼ ਕੀਤੀ, 0.5% ਵੋਟਾਂ ਪਈਆਂ ਸਨ ਇਹਨੂੰ। ਹੁਣ ਅਸੀਂ ਉਹਦੀ ਪਾਪੂਲੈਰਿਟੀ ਇੱਥੇ ਗਣੀ ਜਾਈਏ ਵੀ ਉਹ ਬੜਾ ਮਹੱਤਵਪੂਰਨ ਬੰਦਾ ਸੀਗਾ। ਇਹਨੇ ਰੂਸ ਨੂੰ ਢਾਹ ਲਾਈ ਹੈ ਤੇ ਰੂਸ ਨੂੰ ਢਾਹ ਲਾਉਣ ਦੇ ਨਾਲ ਨਾਲ ਲੋਕਾਂ 'ਚ ਜਿਹੜੀ ਇੱਕ ਨਿਰਾਸ਼ਤਾ ਪੈਦਾ ਹੋਈ ਹੈ, ਇਹਨੇ ਰੂਸ ਨੂੰ ਨਿਰਾਸ਼ਤਾ ਦਿੱਤੀ ਹੈ। ਸਾਡੇ ਵਰਗੇ ਮੁਲਕ ਤਾਂ ਕਰਨਗੇ ਵੀ ਚਲੋ ਠੀਕ ਹੈ, ਕਿਸੇ ਬੜੇ ਮੁਲਕ ਨੂੰ ਦਬ ਕੇ ਸਾਡੇ ਸਮਝੌਤੇ ਕਰਵਾਤੇ ਜਾਂ ਕਿਆ ਕਰਵਾਤਾ। ਇਹਨਾਂ ਗੱਲਾਂ ਤੋਂ ਸਾਨੂੰ ਬਚਣਾ ਚਾਹੀਦਾ। ਦੂਜੀ ਗੱਲ ਜਿਹੜੀ ਮੈਂ ਪਹਿਲਾਂ ਕਹੀ ਹੈ, ਸਾਨੂੰ ਆਪਣੇ ਮਨ 'ਚ ਰੱਖ ਕੇ ਚੱਲਣਾ ਚਾਹੀਦਾ ਕਿ ਸਿਆਸਤਦਾਨ ਨਹੀਂ, ਬਿਜ਼ਨਸਮੈਨ ਹੈ ਤੇ ਇਹਨਾਂ ਬਿਜ਼ਨਸਮੈਨਾਂ ਬਾਰੇ ਸਾਨੂੰ ਸੋਚਣਾ ਚਾਹੀਦਾ ਵੀ ਇਹ ਮੁਨਾਫਾ ਕਿੰਨਾ ਕਮਾ ਰਹੇ, ਉਸ ਮੁਨਾਫੇ 'ਚੋਂ ਸਾਨੂੰ ਕੀ ਮਿਲ ਰਿਹਾ। ਅਸੀਂ ਵੀ ਇਹਨਾਂ ਮੁਲਕਾਂ ਦੇ ਵਾਸੀ ਹਾਂ, ਸੋ ਆਪੋ ਆਪਣੇ ਮੁਲਕ ਦੀ ਸਾਨੂੰ ਸਿਆਸਤ ਵੱਲ ਧਿਆਨ ਲਾਉਣਾ ਚਾਹੀਦਾ ਤੇ ਆਪਣੇ ਮੁਲਕ ਦਾ ਜਿਹੜਾ। ਦੂਜੀ ਗੱਲ ਮੈਂ ਇੱਕ ਅੱਧੇ ਮਿੰਟ 'ਚ ਕਰ ਦੇਵਾਂ ਜੀ। ਅੱਜ ਕੱਲ੍ਹ ਖੇਡ ਚੱਲ ਰਹੀ ਆ, ਖੇਡਾਂ ਚੱਲ ਰਹੀਆਂ, ਕਬੱਡੀ ਚੱਲ ਰਹੀ ਹੈ ਬਹੁਤ। ਮੇਰੀ ਸਾਰੇ ਪ੍ਰਬੰਧਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ 'ਚ ਨਸ਼ੇ ਦਾ ਦਖਲ ਨਾ ਹੋਣ ਦੇ। ਬਹੁਤ ਸਾਰੇ ਖਿਡਾਰੀ ਸਾਡੇ ਨਸ਼ੇ ਕਰਕੇ ਮਾਰੇ ਗਏ ਆ ਤੇ ਬਹੁਤ ਬੜੇ ਵਪਾਰੀ ਇਹਨਾਂ ਖੇਡਾਂ 'ਚ ਵੀ ਨਸ਼ੇ ਨੂੰ ਪ੍ਰਮੋਟ ਕਰਦੇ ਨੇ। ਉਹ ਖਿਡਾਰੀ ਲਿਆਂਦੇ ਨੇ, ਉਹਨਾਂ ਦੇ ਇੱਥੇ ਮੈਂ ਦੇਖਿਆ ਜੀ, ਆਪਣੇ ਅੱਖੀਂ ਦੇਖਿਆ ਵੀ ਖਿਡਾਰੀਆਂ ਦੇ ਟੀਕੇ ਲੱਗੇ। ਉਹ ਕਹਿੰਦੇ ਛੇਤੀ ਮੈਚ ਕਰਾਓ, ਮੇਰੀ ਤਾਂ એનર્ਜੀ ਵੇਸਟ ਹੋ ਰਹੀ ਹੈ। ਉਹ એનર્ਜੀ ਜੇ ਭਾਈ ਤੇਰੇ ਕੋਲੇ એનર્ਜੀ ਹੈ ਤਾਂ ਉਹ ਤਾਂ ਵੇਸਟ ਨਹੀਂ ਹੋਣੀ ਹੈ, ਉਹ ਤਾਂ ਖੇਡਿਆਂ ਹੀ ਵੇਸਟ ਹੋਊਗੀ। ਕੋਈ ਸਾਰੇ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਤੇ ਉਹਨਾਂ ਪਲੇਅਰਾਂ ਨੂੰ ਖਾਸ ਤੌਰ ਤੇ ਬੇਨਤੀ ਹੈ, ਤੁਹਾਡੇ ਪਿੱਛੇ ਤੁਹਾਡੇ ਬੱਚੇ ਨੇ, ਤੁਹਾਡੇ ਮਾਂ ਪਿਓ ਨੇ, ਤੁਹਾਡੇ ਪ੍ਰਸ਼ੰਸਕ ਨੇ। ਇਹਨਾਂ ਨੂੰ ਨਿਰਾਸ਼ ਨਾ ਕਰਿਓ। ਖੇਡਾਂ ਨੂੰ ਖੇਡਾਂ ਬਣਾ ਕੇ ਖੇਲੋ ਤੇ ਭਾਈਚਾਰਾ ਕਾਇਮ ਕਰੋ। ਨਸ਼ਿਆਂ ਤੋਂ ਦੂਰ ਕਰਨ ਦਾ ਯਤਨ ਕਰੋ। ਇਹਨਾਂ 'ਚ ਗਲਤਾਨ ਹੋਣ ਦੀ ਕਦੇ ਗਲਤੀ ਨਾ ਕਰਿਓ। ਬਹੁਤ ਬਹੁਤ ਤੁਹਾਡੀ ਮਿਹਰਬਾਨੀ ਹੋਊਗੀ ਆਪਣੇ ਭਾਈਚਾਰੇ ਤੇ। ਬਹੁਤ ਬਹੁਤ ਧੰਨਵਾਦ ਕੇ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂ, ਇਹ ਸਨ ਸਾਡੇ ਸਤਿਕਾਰਯੋਗ ਕੇਹਰ ਸ਼ਰੀਫ ਜੀ। ਬਹੁਤ ਸੋਹਣੀ ਜਿਹੜੀ ਜਾਣਕਾਰੀ ਉਹ ਰੱਖਦੇ ਨੇ ਆਪ ਵੀ, ਕਿਉਂਕਿ ਉਹ ਪੜ੍ਹਦੇ ਲਿਖਦੇ ਰਹਿੰਦੇ ਨੇ ਤੇ ਨਾਲ ਦੀ ਨਾਲ
ਸਾਨੂੰ ਵੀ ਉਹ ਦੱਸਦੇ ਰਹਿੰਦੇ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਹੋ ਰਹੀ ਹੈ, ਤੇ ਜਿਹੜਾ ਸੁਨੇਹਾ ਦਿੱਤਾ ਹੈ ਕਬੱਡੀ ਪ੍ਰੇਮੀਆਂ ਨੂੰ, ਪ੍ਰਬੰਧਕਾਂ ਨੂੰ, ਖਿਡਾਰੀਆਂ ਨੂੰ ਜਾਂ ਸਾਡੇ ਸਮਾਜ ਨੂੰ, ਉਹ ਵੀ ਕਾਬਲੇ ਤਾਰੀਫ ਹੈ। ਤੇ ਆਓ ਅਸੀਂ ਅੱਗੇ ਚੱਲਦੇ ਹਾਂ। ਜਿਵੇਂ ਗੱਲ ਕੀਤੀ ਹੈ ਕਿ ਕਿਤੇ ਸੋਕਾ ਹੈ, ਕਿਤੇ ਡੋਬਾ ਹੈ, ਤੇ ਇਹ ਜਿਹੜਾ ਬੈਲੈਂਸ ਹੈ ਜਾਂ ਜਿਹੜਾ ਸਮਤੋਲ ਹੈ ਉਹ ਕੁਦਰਤ ਬਣਾ ਕੇ ਰੱਖਦੀ ਹੈ। ਪਰ ਇਸ ਵੇਲੇ ਦੇਖਦੇ ਹਾਂ ਕਿ ਜਿਹੜੀ ਸਾਨੂੰ ਅਜੀਤ ਤੋਂ ਇੱਕ ਖਬਰ ਮਿਲੀ ਹੈ ਕਿ ਪਾਕਿਸਤਾਨ ਦਾ 1/3 ਹਿੱਸਾ ਹੜ੍ਹਾਂ ਵਿੱਚ ਡੁੱਬ ਚੁੱਕਾ ਹੈ, ਔਰ ਪਾਕਿਸਤਾਨ ਦੀ ਸਰਜ਼ਮੀਨ ਦੇ ਉੱਤੇ ਜੇ ਕਹਿ ਦਈਏ ਕਿ ਬੱਦਲਾਂ ਦੇ ਜਾਂ ਬਾਰਿਸ਼ਾਂ ਦੇ ਕੜ ਪਾਟ ਗਏ ਨੇ, ਤੇ ਬਹੁਤ ਹੀ ਭਿਆਨਕ ਇਸ ਵੇਲੇ ਜਿਹੜੇ ਹੜ੍ਹ ਆਏ ਨੇ ਪਾਕਿਸਤਾਨ ਦੇ ਵਿੱਚ। ਕੁਝ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਕਿ ਇਸ ਵੇਲੇ ਕਰੋੜਾਂ ਲੋਕ ਜਿਹੜੇ ਪ੍ਰਭਾਵਿਤ ਹੋ ਚੁੱਕੇ ਆ, ਔਰ ਦੇਖਿਆ ਗਿਆ ਹੈ ਕਿ ਕਈ ਇਲਾਕੇ ਤਾਂ ਕਹਿੰਦੇ ਆ ਕਿ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਆ। ਔਰ ਨਾਲ ਦੀ ਨਾਲ ਜਿਹੜੇ ਮਾਹਰ ਨੇ ਉਹਨਾਂ ਨੇ ਨੁਕਸਾਨ ਦਾ ਜਿਹੜਾ ਜਾਇਜ਼ਾ ਲਿਆ ਹੈ ਕਿ ਤਕਰੀਬਨ 10-12 ਅਰਬ ਡਾਲਰ ਤੋਂ ਵੱਧ ਜਿਹੜਾ ਇਸ ਮੁਲਕ ਦੇ ਵਿੱਚ ਨੁਕਸਾਨ ਹੋ ਚੁੱਕਾ ਹੈ। ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੋਂ ਦੇ ਕੁਝ ਵਸਿੰਦਿਆਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਔਰ ਰਾਹਤ ਦੇ ਜਿਹੜੇ ਕਾਰਜ ਨੇ, ਦੇਖੋ ਨਿੱਕੇ ਨਿੱਕੇ ਬੱਚੇ, ਔਰਤਾਂ ਨੂੰ ਕਿਵੇਂ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਲੋਕਾਂ ਨੂੰ ਸਵੱਛ ਪਾਣੀ ਦੇ, ਸਾਫ਼ ਪਾਣੀ, ਪੀਣ ਵਾਲੇ ਪਾਣੀ ਦੀ ਬੜੀ ਲੋੜ ਹੈ, ਖਾਣੇ ਦੀ ਬੜੀ ਲੋੜ ਹੈ, ਤੇ ਹੋਰ ਜਿਹੜੀਆਂ ਦਵਾਈਆਂ ਦੀ ਬੜੀ ਲੋੜ ਹੈ, ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਿਮਾਰੀ ਵੀ ਬੜੀ ਛੇਤੀ ਫੈਲ ਜਾਂਦੀ ਹੈ। ਤੇ ਉਹੀ ਇੱਕ ਬੜਾ ਭਿਆਨਕ ਮੰਜ਼ਰ ਸਾਡੇ ਸਾਹਮਣੇ ਹੈ। ਤੇ ਆਓ ਅਸੀਂ ਹੁਣ ਬਰਤਾਨੀਆ ਦੀ ਗੱਲ ਕਰਦੇ ਹਾਂ ਕਿ ਬਰਤਾਨੀਆ ਵਿੱਚ ਕਿਵੇਂ ਪਤਾ ਹੈ ਕਿ ਇਸ ਵੇਲੇ ਸਾਰੀ ਦੁਨੀਆ ਵਿੱਚ ਵੈਸੇ ਤਾਂ ਹਾਹਾਕਾਰ ਮਚੀ ਹੋਈ ਹੈ ਕਿ ਮਹਿੰਗਾਈ ਨੇ ਲੱਕ ਤੋੜ ਦਿੱਤਾ ਹੈ। ਦੇਖਦੇ ਹਾਂ ਕਿ ਗੈਸ ਦੀਆਂ, ਬਿਜਲੀ ਦੀਆਂ, ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਬਹੁਤ ਭਾਰੀ ਵਾਧਾ ਹੋ ਰਿਹਾ ਹੈ, ਤੇ ਹਰ ਜਿਹੜੀ ਪਾਸਿਓਂ ਹਾਹਾਕਾਰ ਮਚੀ ਹੋਈ ਹੈ। ਤੇ ਬਹੁਤ ਸਾਰੀਆਂ ਜਿਹੜੀਆਂ ਅਖਬਾਰਾਂ ਨੇ ਉਹ ਭਰੀਆਂ ਪਈਆਂ ਨੇ ਕਿ ਕਿਹੋ ਜਿਹੇ ਜਿਹੜੇ ਹਾਲਾਤ ਹੋਣੇ ਚਾਹੀਦੇ ਆ। ਆਹ ਜਿਹੜੀ ਖਬਰ ਆਪਾਂ ਦੇਖ ਰਹੇ ਹੈਗੇ ਆ ਮਿਰਰ ਅਖਬਾਰ ਦੀ ਹੈ ਕਿ ਨਾਓ ਬ੍ਰਿਟਨ ਡਿਮਾਂਡਸ ਬਿਲਸ ਫ੍ਰੀਜ਼, ਕਿ ਹੁਣ ਜਿਹੜਾ ਇੱਥੋਂ ਦੀਆਂ ਜਿਹੜੀਆਂ ਕੰਪਨੀਆਂ ਨੇ, ਸਰਕਾਰ ਉਹਨਾਂ ਉੱਤੇ ਜ਼ੋਰ ਪਾਵੇ ਕਿ ਜਿਹੜੇ ਬਿੱਲ ਆ ਉਹਨਾਂ ਦੇ ਫ੍ਰੀਜ਼ ਕੀਤੇ ਜਾਣ, ਉੱਥੇ ਹੀ ਉਹਨਾਂ ਦੇ ਚੱਕਾ ਜਾਮ ਕੀਤਾ ਜਾਵੇ, ਕਿ ਇਹ ਨਾ ਹੋਵੇ ਕਿ ਦੂਏ ਹਫ਼ਤੇ ਤੀਏ ਹਫ਼ਤੇ ਸ਼ਰਪਾਂ ਮਾਰਦੇ ਜਿਹੜੇ ਬਿੱਲ ਆ ਉਹ ਵੱਧਦੇ ਰਹਿਣ, ਤਾਂ ਕਿ ਲੋਕਾਂ ਦਾ ਜਿਹੜਾ ਜੀਣਾ ਮੁਹਾਲ ਹੋ ਸਕੇ। ਦੂਜੇ ਪਾਸੇ ਇਹ ਵੀ ਦੇਖਦੇ ਆ ਕਿ ਬਹੁਤ ਸਾਰੀਆਂ ਇੱਥੋਂ ਜਿਹੜੀਆਂ ਕੰਪਨੀਆਂ ਨੇ, ਅਸੀਂ ਗੱਲ ਕਰਦੇ ਸੀ ਰੇਲਵੇ ਵਰਕਰਸ ਦੀ ਗੱਲ ਕਰਦੇ ਸੀ, ਜਾਂ ਹੁਣ ਰੋਇਲ ਮੇਲ ਦੀ ਗੱਲ ਕਰਦੇ ਆ ਕਿ ਉਹਨਾਂ ਦੇ 1,15,000 ਵਰਕਰਾਂ ਨੇ ਜਾਂ ਕਰਮਚਾਰੀਆਂ ਨੇ ਹੁਣ ਫਿਰ ਹੜਤਾਲ ਕਰਨ ਦਾ ਉਹਨਾਂ ਨੇ ਵਾਅਦਾ ਕੀਤਾ ਹੈ, ਦਾਅਵਾ ਕੀਤਾ ਹੈ ਕਿ ਉਹ ਇੱਕ ਵਾਰ ਫਿਰ ਹੜਤਾਲ ਕਰ ਰਹੇ ਨੇ। 2 ਦਿਨ ਪਹਿਲਾਂ ਹੜਤਾਲ ਕਰ ਚੁੱਕੇ ਆ, ਤੇ ਹੁਣ ਵੀ ਹੜਤਾਲ ਦਾ ਜਿਹੜਾ ਸਿਲਸਿਲਾ ਜਾਰੀ ਆ। ਅਸੀਂ ਸੁਣਦੇ ਸੀ ਪਹਿਲੀਆਂ ਦੇ ਵਿੱਚ ਕਿ ਜਦੋਂ ਨਵੇਂ ਟੈਲੀਫੋਨ ਆਏ ਕਿ ਲੋਕ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਪਰ ਦੇਖਦੇ ਆ ਕਿ ਰੋਇਲ ਮੇਲ ਤੋਂ ਜਾਂ TNT ਦੀ ਗੱਲ ਕਰਦੇ ਆ, ਜਾਂ UPS ਦੀ ਗੱਲ ਕਰਦੇ ਆ, ਪਾਰਸਲ ਫੋਰਸਿਸ ਦੀ ਗੱਲ ਕਰਦੇ ਆ, ਹੋਰ ਜਿਹੜੀਆਂ ਕੰਪਨੀਆਂ ਨੇ ਉਹ ਵੀ DPD ਦੀ ਗੱਲ ਕਰਦੇ ਆ। ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਕਿ ਇਹ ਜਿਹੜੇ ਤੁਹਾਡੇ ਪਾਰਸਲ ਨੇ ਉਹ ਘਰੀ ਪਹੁੰਚਾਉਣ ਦਾ ਕੰਮ ਕਰਦੇ ਨੇ। ਪਰ ਦੂਜੇ ਪਾਸੇ ਦੇਖਦੇ ਆ ਜਿਹੜੀ ਬਰਤਾਨੀਆ ਦੀ ਸਭ ਤੋਂ ਪੁਰਾਣੀ ਅਤੇ ਵੱਡੀ ਜਿਹੜੀ ਜਥੇਬੰਦੀ ਹੈ ਜਾਂ ਕੰਪਨੀ ਹੈ ਰੋਇਲ ਮੇਲ, ਜਿਸ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ, ਤੇ ਇਹਦੇ ਉੱਤੇ ਵੀ ਹੁਣ ਜਿਹੜੇ ਖਤਰੇ ਦੇ ਅੰਬਰ ਦੇ ਉੱਤੇ ਜਿਹੜੇ ਖਤਰੇ ਦੇ ਬੱਦਲ ਮੰਡਰਾ ਰਹੇ ਆ, ਔਰ ਇਹਨਾਂ ਦੀਆਂ ਮੰਗਾਂ ਕਦੋਂ ਸੁਣੀਆਂ ਜਾਣਗੀਆਂ, ਕਿਵੇਂ ਸੁਣੀਆਂ ਜਾਣਗੀਆਂ, ਤੇ ਇਹ ਸਟ੍ਰਾਈਕ ਕਦੋਂ ਖਤਮ ਹੋਵੇਗੀ, ਇਹ ਵੀ ਹੁਣ ਆਉਣ ਵਾਲਾ ਸਮਾਂ ਦੱਸੇਗਾ। ਤੇ ਇਸ ਤੋਂ ਇਲਾਵਾ ਜਿਹੜੀਆਂ ਕੁਝ ਹੋਰ ਅਖਬਾਰਾਂ ਨੇ, ਇੱਥੋਂ ਦੀ ਟਾਈਮਜ਼ ਅਖਬਾਰ ਨੇ ਵੀ ਜਿਹੜੀ ਖਬਰ ਉਹੀ ਦਿੱਤੀ ਹੈ ਕਿ ਗੋਰਬਾਚੌਵ ਦੀ ਜੋ ਅਸੀਂ ਗੱਲ ਕੀਤੀ ਹੈ ਕਿ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ ਉਹ 91 ਸਾਲ ਦੀ ਉਮਰ ਦੇ ਵਿੱਚ ਉਹ ਸਰੀਰਕ ਵਿਛੋੜਾ ਦੇ ਗਏ ਨੇ। ਤੇ ਦੂਜੇ ਪਾਸੇ ਦੱਸਿਆ ਗਿਆ ਹੈ ਕਿ ਹੁਣ ਅਸੀਂ ਗੱਲ ਕਰਦੇ ਹਾਂ ਕਿ ਭਾਵੇਂ ਕੋਵਿਡ ਤੋਂ ਦੁਨੀਆ ਜਿਹੜੀ ਬਾਹਰ ਆਉਣਾ ਸ਼ੁਰੂ ਹੋ ਗਈ ਹੈ, ਪਰ ਹਲੇ ਦੇਖਦੇ ਆ ਹਸਪਤਾਲਾਂ ਦੇ ਉੱਤੇ ਖਾਸ ਤੌਰ ਤੇ ਇੱਥੋਂ ਦੀ ਜਿਹੜੀ NHS ਹੈ, ਨੈਸ਼ਨਲ ਹੈਲਥ ਸਰਵਿਸ ਹੈ, ਉਹਨੂੰ ਹਲੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਲੋਕਾਂ ਦੇ ਆਪਰੇਸ਼ਨਸ ਹੋਣੇ ਨੇ ਜਾਂ ਇਲਾਜ ਹੋ ਰਹੇ ਨੇ, ਕੋਵਿਡ ਤੋਂ ਬਾਹਰ ਵੀ ਹੋਰ ਜਿਹੜੀਆਂ ਬਿਮਾਰੀਆਂ ਵੀ ਨੇ ਲੋਕਾਂ ਨੂੰ, ਉਹਨਾਂ ਦੇ ਇਲਾਜ ਵਾਸਤੇ ਉਹਨਾਂ ਨੂੰ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਤੇ ਇੱਕ ਐਪ ਤਿਆਰ ਕੀਤੀ ਗਈ ਹੈ, ਇੱਕ ਪ੍ਰਯੁਕਤੀ ਤਿਆਰ ਕੀਤੀ ਗਈ ਹੈ ਜਿਹੜੀ ਕਿ ਤੁਸੀਂ ਆਪਣੇ ਟੈਲੀਫੋਨ ਦੇ ਉੱਤੇ ਵਰਤ ਸਕਦੇ ਆ, ਤੇ ਉਹਦੇ ਰਾਹੀਂ ਦੱਸਿਆ ਗਿਆ ਹੈ ਕਿ ਇਹ ਜਿਹੜੀ ਲੌਂਗ ਜਿਹੜੀਆਂ ਵੇਟਸ ਨੇ ਜਾਂ ਲੰਮੀ ਕਤਾਰ ਆ, ਉਸ ਤੋਂ ਬਚਿਆ ਜਾ ਸਕਦਾ ਹੈ। ਇਹਦੇ ਬਾਰੇ ਤੁਹਾਨੂੰ ਅਸੀਂ ਹੋਰ ਜਾਣਕਾਰੀ ਵੀ ਦੇਵਾਂਗੇ। ਤੇ ਨਾਲ ਦੀ ਨਾਲ ਮੈਟਰੋ ਦੀ ਖਬਰ ਹੋਵੇਗੀ। ਮੈਟਰੋ ਜੋ ਇੱਥੋਂ ਲੰਡਨ ਤੋਂ ਅਖਬਾਰ ਛਪਦਾ ਹੈ, ਉਹਨਾਂ ਨੇ ਵੀ ਜੋ ਗੋਰਬਾਚੌਵ ਦੀ ਗੱਲ ਕੀਤੀ ਹੈ, ਮਿਖਾਇਲ ਗੋਰਬਾਚੌਵ ਦੀ ਗੱਲ ਕੀਤੀ ਹੈ ਕਿ ਵਰਲਡ ਮੋਰਨਸ ਏ ਟਰੂ ਮੈਨ ਆਫ ਪੀਸ। ਅਸੀਂ ਗੱਲ ਕਰਦੇ ਹਾਂ ਕਿ ਜਿਹਨੇ ਆਪਣੇ ਵਿਚਾਰ ਰੱਖੇ ਨੇ ਕਿ ਵੱਖਰੇ ਤਰ੍ਹਾਂ ਦੇ ਲੋਕ ਨੇ, ਵੱਖਰੀ ਉਹਨਾਂ ਦੀ ਧਾਰਨਾ ਹੈ, ਕਿਵੇਂ ਉਹ ਇੱਕ ਦੂਜੇ ਬਾਰੇ ਸੋਚਦੇ ਨੇ,
ਕਿ ਉਹਨਾਂ ਨੇ ਕਿਹਾ ਕਿ ਅਗਰ ਗੋਰਬਾਚੋਵ ਨੇ ਕੰਧਾਂ ਢਾਈਆਂ ਸੀ, ਬਰਲਿਨ ਦੀ ਬਾਲ ਢਾਈ ਸੀ, ਪਰ ਦੂਜੇ ਪਾਸੇ ਹੋਰ ਕੰਧਾਂ ਬਹੁਤ ਸਾਰੀਆਂ ਉਸਰ ਰਹੀਆਂ ਨੇ। ਔਰ ਦੂਜੇ ਪਾਸੇ ਅਸੀਂ ਇਹ ਵੀ ਦੇਖਦੇ ਆ ਕਿ ਨੈਟੋ ਦਾ ਵੀ ਜਿਹੜਾ ਇਸ ਦੇ ਵਿੱਚ ਕਾਫੀ ਦਖਲਅੰਦਾਜ਼ੀ ਉਹ ਵੱਧਦੀ ਜਾ ਰਹੀ ਹੈਗੀ ਆ। ਤੇ ਇਸ ਅਖਬਾਰ ਨੇ, ਮੈਟਰੋ ਨੇ ਕਿਹਾ ਹੈ ਕਿ ਇਸ ਦੀ ਖਬਰ ਲਾਈ ਹੈ। ਤੇ ਦੂਜੇ ਪਾਸੇ ਦੇਖਦੇ ਆ ਕਿ ਹੁਣ ਡੇਲੀ ਐਕਸਪ੍ਰੈਸ ਦੀ ਖਬਰ ਹੈ ਕਿ ਜੋ ਬਰਤਾਨੀਆ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬੋਰਿਸ ਜੌਨਸਨ ਬੜੀ ਤੇਜ਼ੀ ਦੇ ਨਾਲ ਆਏ ਸਨ ਥਰੀਸਾ ਮੇਈ ਨੂੰ ਹਰਾ ਕੇ, ਜਦੋਂ ਉਹਨਾਂ ਨੇ ਬ੍ਰੈਕਸਿਟ ਦਾ ਢੋਲ ਵਜਾਇਆ ਸੀ। ਤੇ ਉਸ ਤੋਂ ਬਾਅਦ ਹੁਣ ਉਹ ਜਾਣ ਦੀ ਤਿਆਰੀ ਕਰ ਰਹੇ ਆ, ਕਿਉਂਕਿ 5 ਸਤੰਬਰ ਨੂੰ ਜਿਹੜਾ ਨਵਾਂ ਲੀਡਰ ਹੈ ਉਸ ਦਾ ਜਿਹੜਾ ਐਲਾਨ ਹੋਣ ਵਾਲਾ ਹੈ ਆਉਣ ਵਾਲੇ ਮਹੀਨੇ ਦੇ ਵਿੱਚ। ਤੇ ਹੁਣ ਬੋਰਿਸ ਜੌਨਸਨ ਨੇ ਜੋ ਇੱਥੋਂ ਦੀ ਜੋ ਪੋਲਿਟਿਕਸ ਹੈ, ਰਾਜਨੀਤੀ ਹੈ, ਉਸ ਨੂੰ ਉਹ ਅਲਵਿਦਾ ਕਹਿ ਰਹੇ ਨੇ। ਤੇ ਨਾਲ ਦੀ ਨਾਲ ਕਹਿ ਰਹੇ ਨੇ ਕਿ ਸਾਨੂੰ ਬੜਾ ਮਾਣ ਹੈ ਕਿ ਅਸੀਂ ਜੋ ਕੁਝ ਕੀਤਾ ਹੈ। ਉਹਨਾਂ ਨੇ ਇਹ ਵੀ ਗੱਲ ਪਿਛਲੇ ਦਿਨਾਂ ਵਿੱਚ ਕਹੀ ਸੀ ਕਿ ਅਸੀਂ ਜਿਹੜੇ ਸਾਡੇ ਬਾਰਡਰ ਨੇ ਸਾਡੇ ਬਰਤਾਨੀਆ ਦੇ, ਉਹਦੇ ਕੰਟਰੋਲ ਅਸੀਂ ਵਾਪਸ ਲਏ ਨੇ। ਪਰ ਇਹ ਵੀ ਦੇਖਣ ਵਿੱਚ ਆ ਰਿਹਾ ਹੈ ਕਿ ਹਾਲੇ ਵੀ ਜਿਹੜੀ ਇਮੀਗ੍ਰੈਂਟਸ ਦੀ ਜਿਹੜੀ ਆਮਦ ਹੈਗੀ ਆ ਜਾਂ ਸ਼ਰਨਾਰਥੀਆਂ ਦੀ ਆਮਦ ਹੈਗੀ ਆ, ਉਹ ਹਲੇ ਵੀ ਉਸ ਤਰ੍ਹਾਂ ਜਾਰੀ ਹੈ ਕਿ ਲੋਕ ਖਤਰੇ ਸਹੇੜਦੇ ਹੋਏ ਪਣਡੁੱਬੀਆਂ ਦੇ ਰਾਹੀਂ ਰੱਖ ਲਓ ਜਾਂ ਬੇੜੀਆਂ ਦੇ ਰਾਹੀਂ, ਕਿਸ਼ਤੀਆਂ ਦੇ ਰਾਹੀਂ ਉਹ ਕਿਵੇਂ ਬਰਤਾਨੀਆ ਦੀ ਧਰਤੀ ਉੱਤੇ ਲਗਾਤਾਰ ਵੱਧਦੇ ਆ ਰਹੇ ਨੇ। ਤੇ ਦੂਜੇ ਪਾਸੇ ਦੇਖਦੇ ਆ ਕਿ ਰਵਾਂਡਾ ਦੇ ਨਾਲ ਜਿਹੜੀ ਪ੍ਰੀਤੀ ਪਟੇਲ ਨੇ ਜਿਹੜੀ ਇੱਕ ਸੰਧੀ ਕੀਤੀ ਸੀ, ਉਹਦੇ ਵਿੱਚ ਬੜੀਆਂ ਮੁਸ਼ਕਲਾਂ ਆ ਗਈਆਂ ਨੇ ਕਿ ਉੱਥੋਂ ਦੀ ਜਿਹੜੀ ਸਰਕਾਰ ਹੈ, ਰਵਾਂਡਾ ਦੀ ਸਰਕਾਰ ਹੈ, ਜਿਹੜੇ ਲੋਕਲ ਉਹਨਾਂ ਦੇ ਜਿਹੜੇ ਵਿਰੋਧੀ ਧਿਰ ਦੇ ਲੋਕ ਨੇ, ਉਹਨਾਂ ਦੇ ਉੱਤੇ ਕਾਫੀ ਜ਼ੁਲਮ ਢਾ ਰਹੀ ਆ। ਤੇ ਇਸ ਖਬਰ ਨੇ ਵੀ ਮੇਰੇ ਖਿਆਲ ਦੇ ਵਿੱਚ ਇੱਥੋਂ ਦੇ ਲੋਕਾਂ ਦਾ ਜਿਹੜਾ ਧਿਆਨ ਥੋੜਾ ਬਦਲਿਆ ਹੈ। ਤੇ ਸ਼ਾਇਦ ਉਹ ਸਰਕਾਰ ਨੂੰ ਇਹ ਗੱਲ ਹਜ਼ਮ ਨਹੀਂ ਹੋਣੀ ਕਿ ਉਹ ਚਾਹੁੰਦੇ ਸੀ ਕਿ ਬਰਤਾਨੀਆ ਦਾ ਭਲਾ ਕਰਨ ਵਾਸਤੇ ਜਿਹੜੇ ਇੱਥੋਂ ਦੇ ਜਿਹੜੇ ਸ਼ਰਨਾਰਥੀ ਨੇ ਉਹਨਾਂ ਨੂੰ ਰਵਾਂਡਾ ਭੇਜਿਆ ਜਾਵੇਗਾ ਕਿ 120 ਮਿਲੀਅਨ ਦੀ ਜਿਹੜੀ ਡੀਲ ਹੋਈ ਹੈ ਉਸ ਨੂੰ ਕਿਵੇਂ ਸਿਰੇ ਲਗਾਵੇਗੀ ਪ੍ਰੀਤੀ ਪਟੇਲ, ਇਹ ਵੀ ਇੱਕ ਬੜੀ ਮੁਸ਼ਕਲ ਹੋਵੇਗੀ। ਪਰ ਬੋਰਿਸ ਜੌਨਸਨ ਨੇ ਕਿਹਾ ਸੀ ਕਿ ਅਸੀਂ ਜੋ ਚੀਜ਼ਾਂ ਕੀਤੀਆਂ ਉਹ ਸਾਨੂੰ ਬੜਾ ਮਾਣ ਹੈ। ਬ੍ਰੈਕਸਿਟ ਦਾ ਉਹਦਾ ਪਹਿਲਾ ਜਿਹੜਾ ਐਲਾਨ ਸੀ ਜਾਂ ਦਾਅਵਾ ਸੀ ਉਹਦੇ ਵਿੱਚ ਕਾਮਯਾਬ ਹੋਇਆ, ਪਰ ਕੋਵਿਡ ਨੂੰ ਕੰਟਰੋਲ ਵਿੱਚ ਰੱਖਣ ਵਾਸਤੇ ਬੋਰਿਸ ਜੌਨਸਨ ਹਾਰ ਗਿਆ। ਤੇ ਨਾਲ ਦੀ ਨਾਲ ਜਿਹੜੀਆਂ ਪਾਰਟੀਆਂ ਕੀਤੀਆਂ ਉਹਨਾਂ ਨੇ ਨੰਬਰ 10 ਡਾਊਨਿੰਗ ਸਟਰੀਟ ਦੇ ਵਿੱਚ ਉਹਦਾ ਜਿਹੜਾ ਪਰਦਾ ਜਦੋਂ ਫਾਸ਼ ਹੋਇਆ ਤੇ ਉਹਦੇ ਵਿੱਚ ਬੋਰਿਸ ਜੌਨਸਨ ਦੀ ਜਿਹੜੀ ਬੜੀ ਨਮੋਸ਼ੀ ਹੋਈ, ਜਿਸ ਕਰਕੇ ਇਸ ਦੇ ਜਿਹੜੇ ਸਾਰੀ ਪਾਰਟੀ ਦੇ ਲੀਡਰ ਸਨ, ਉੱਚ ਕੋਟੀ ਦੇ ਲੀਡਰ ਸਨ, ਸਾਜਿਦ ਜਾਵੇਦ ਦੀ ਗੱਲ ਕਰਦੇ ਆ, ਰਿਸ਼ੀ ਸੁਨਕ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਅਸਤੀਫੇ ਦੇ ਕੇ ਇਸ ਸਰਕਾਰ ਨੂੰ ਅਲਵਿਦਾ ਕਹਿ ਦਿੱਤਾ। ਤੇ ਹੁਣ ਗੱਲ ਕਰਦੇ ਹਾਂ ਕਿ ਲਿਜ਼ ਟਰੱਸ ਅਤੇ ਰਿਸ਼ੀ ਸੁਨਕ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਨੇ। ਤੇ ਉਹ ਦੇਖਦੇ ਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਲੀਡਰ ਨੂੰ ਇਹ ਜਿਹੜੀ ਹੈ ਪ੍ਰਧਾਨਗੀ ਮਿਲਦੀ ਹੈ ਬਰਤਾਨੀਆ ਦੀ। ਪਰ ਦੂਜੇ ਪਾਸੇ ਦੇਖਦੇ ਆ ਕਿ ਰਿਸ਼ੀ ਸੁਨਕ ਨੇ ਐਲਾਨ ਕੀਤੇ ਨੇ, ਤੁਹਾਨੂੰ ਅਸੀਂ ਇੱਕ ਖਬਰ ਦਿਖਾਵਾਂਗੇ ਕਿ ਇਹ ਜਿਹੜਾ ਇਸ ਵੇਲੇ ਰਿਸਕ ਪੈਦਾ ਹੋ ਗਿਆ ਹੈ ਉਹ ਬੜਾ ਮੁਸ਼ਕਲ ਹੈ। ਤੇ ਨਾਲ ਦੀ ਨਾਲ ਗਾਰਡੀਅਨ ਦੀ ਅਖਬਾਰ ਅਸੀਂ ਦੇਖਦੇ ਹਾਂ ਕਿ ਉਹਦੇ ਵਿੱਚ ਦੱਸਿਆ ਕਿ ਜਿਹੜੀ ਆ ਵੱਧਦੀ ਮਹਿੰਗਾਈ ਦੇ ਕਾਰਨ ਜਿਹੜੇ ਫੂਡ ਬੈਂਕਸ ਨੇ ਉਹ ਸੁੱਕ ਰਹੇ ਨੇ। ਤੇ ਜਿਹੜੇ ਫੂਡ ਬੈਂਕਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਤੁਸੀਂ ਵੱਡੇ ਵੱਡੇ ਸਟੋਰਾਂ ਵਿੱਚ ਜਾਂਦੇ ਹੋ, ਉੱਥੇ ਇੱਕ ਉਹਨਾਂ ਨੇ ਵੱਡੇ ਕੰਟੇਨਰ ਲਾਏ ਹੁੰਦੇ ਨੇ ਕਿ ਤੁਸੀਂ ਕੁਛ ਨਾ ਕੁਛ ਉਸ ਫੂਡ ਬੈਂਕ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ, ਆਪਣਾ ਦਸਵੰਧ ਪਾ ਸਕਦੇ ਆ, ਥੋੜੀ ਸ਼ਾਪਿੰਗ ਕਰਕੇ ਉੱਥੇ ਪਾ ਸਕਦੇ ਆ। ਫਿਰ ਉਹ ਗਰੀਬਾਂ ਦੇ ਵਿੱਚ ਜਿਹੜਾ ਫੂਡ ਵੰਡਿਆ ਜਾਂਦਾ ਸੀ, ਉਹ ਫੂਡ ਬੈਂਕ ਵੀ ਜਿਹੜੇ ਨੇ ਹੁਣ ਉਹ ਸਟਾਕ ਉਹਨਾਂ ਦਾ ਖਤਮ ਹੋਣ ਦੇ ਨਿਆਈ ਹੈ। ਤੇ ਜਿਸ ਕਰਕੇ ਇੱਥੋਂ ਜਿਹੜੀ ਭੁੱਖ ਮਰੀ ਜਿਹੜੀ ਆ ਉਹਦਾ ਵੀ ਖਤਰਾ ਵੱਧਦਾ ਜਾ ਰਿਹਾ ਹੈ। ਤੇ ਨਾਲ ਦੀ ਨਾਲ ਗਾਰਡੀਅਨ ਨੇ ਵੀ ਮਿਖਾਇਲ ਗੋਰਬਾਚੋਵ ਨੂੰ ਜਿਹੜੀ ਸ਼ਰਧਾਂਜਲੀ ਭੇਟ ਕੀਤੀ ਹੈ ਕਿ 1931 ਵਿੱਚ ਜਨਮੇ ਗੋਰਬਾਚੋਵ ਜਿਹੜੇ 2022 ਨੂੰ ਕੁਝ ਦਿਨ ਪਹਿਲਾਂ ਉਹ ਦੇਹਾਂਤ ਹੋ ਗਿਆ ਸੀ। ਤੇ ਉਹਨਾਂ ਨੇ ਜਿਹੜੀ ਠੰਡੀ ਜੰਗ ਜਿਹੜੀ ਚੱਲ ਰਹੀ ਸੀ ਉਹਦਾ ਅੰਤ ਕੀਤਾ ਸੀ। ਪਰ ਹੁਣ ਦੂਜੇ ਪਾਸੇ ਦੇਖਦੇ ਆ ਕਿ ਠੰਡੀ ਜੰਗ ਨਾ ਹੋ ਕੇ ਉਹ ਗਰਮ ਜੰਗ ਹੋ ਗਈ ਹੈ, ਜੋ ਕਿ ਹੁਣ ਰੂਸ ਦਾ ਯੂਕਰੇਨ ਦੇ ਵਿੱਚ ਜੋ ਉਹਨਾਂ ਨੇ ਹਮਲਾ ਕੀਤਾ, ਉਸ ਤੋਂ ਬਾਅਦ ਨੈਟੋ ਅਤੇ ਅਮਰੀਕਾ ਅਤੇ ਨਾਲ ਦਾ ਸਾਰਾ ਯੂਰਪ ਅਤੇ ਬਰਤਾਨੀਆ ਨੇ ਯੂਕਰੇਨ ਦੀ ਮਦਦ ਕਰਨ ਦਾ ਜਿਹੜਾ ਐਲਾਨ ਕੀਤਾ ਸੀ, ਉਹਦੇ ਵਿੱਚ ਕਾਫੀ ਜਿਹੜੀ ਕਸ਼ਮਕਸ਼ ਅਜੇ ਵੀ ਚੱਲ ਰਹੀ ਹੈ। ਸੋ ਇੱਕ ਤੁਹਾਨੂੰ ਅਸੀਂ ਖਬਰ ਦਿਖਾਵਾਂਗੇ ਕਿ ਇਹ ਜਿਹੜੇ ਪਹਿਲਾਂ ਅਸੀਂ ਗੱਲ ਕੀਤੀ ਆ ਕਿ ਜਿਹੜੇ ਬਿੱਲ ਹੈਗੇ ਆ ਉਹ ਫਰੀਜ਼ ਹੋਣੇ ਚਾਹੀਦੇ ਆ, ਭਾਵੇਂ ਕਿ ਜਿਹੜੀਆਂ ਕੀਮਤਾਂ ਨੇ ਉਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਜਿਹੜੀਆਂ ਵੀ ਗੈਸ ਦੀਆਂ, ਬਿਜਲੀ ਦੀਆਂ ਜਾਂ ਪੈਟਰੋਲ ਦੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਕਟੌਤੀ ਹੋਣੀ ਤਾਂ ਨਹੀਂ ਸੰਭਵ ਹੈਗੀ, ਪਰ ਉਹਨਾਂ ਦੇ ਉੱਤੇ ਰੋਕ ਲਾਉਣੀ ਚਾਹੀਦੀ ਹੈ ਕਿ ਜਿਹੜੀ 400% ਜਿਹੜੀ એનર્ਜੀ ਹਾਈਕ ਆ ਉਹ ਜਿਹੜੀ ਵਧਣ ਦੇ ਨਾਲ ਜਿਹੜੀਆਂ ਨਿੱਕੀਆਂ ਕੰਪਨੀਆਂ ਉਹ ਤਬਾਹੀ ਦੇ ਕਿਨਾਰੇ ਖੜੀਆਂ ਨੇ। ਉਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ
ਸਾਨੂੰ ਬਚਾਇਆ ਜਾਵੇ। ਉਹਨੇ ਲਿਜ਼ ਟਰੱਸ ਨੂੰ ਇਹ ਬੇਨਤੀ ਕੀਤੀ ਹੈ। ਪਰ ਦੂਜੇ ਪਾਸੇ ਰਿਸ਼ੀ ਸੁਨਕ ਕਹਿੰਦੇ ਨੇ ਅਸੀਂ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਕਰਨਾ ਸਾਡੇ ਵਾਸਤੇ, ਸਾਡੇ ਦੇਸ਼ ਵਾਸਤੇ ਬੜਾ ਖਤਰਨਾਕ ਹੋਵੇਗਾ। ਤੇ ਇੱਕ ਨਵੀਂ ਸਾਨੂੰ ਨਵੀਂ ਤਾਂ ਨਹੀਂ, ਪੁਰਾਣੀ ਖਬਰ ਵੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਤੋਂ ਇਲਾਵਾ ਦੇਖਦੇ ਆ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਰੇਪ ਦੇ ਕੇਸਿਸ ਨੇ ਉਹ ਬੜੇ ਉੱਭਰ ਕੇ ਸਾਹਮਣੇ ਆਏ ਆ। ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਸੀ ਪਿਆਰੇ ਲਾਲ ਗਰਗ ਜੀ ਦੇ ਨਾਲ ਕਿ ਬਿਲਕਿਸ ਬਾਨੋ ਦਾ ਜਿਹੜਾ ਕੇਸ ਸੀ 2002 ਦਾ, ਜਿਹਦੇ ਵਿੱਚ 11 ਅਪਰਾਧੀਆਂ ਨੂੰ ਸਜ਼ਾਵਾਂ ਹੋਈਆਂ ਸਨ ਕਿਉਂਕਿ ਬਿਲਕਿਸ ਬਾਨੋ ਦੇ ਜਿਹੜੇ 7 ਪਰਿਵਾਰ ਦੇ ਮੈਂਬਰ ਸਨ ਉਹਨਾਂ ਨੂੰ ਮਾਰਿਆ ਗਿਆ ਸੀ, ਔਰਤਾਂ ਦੇ ਨਾਲ ਸਮੂਹਿਕ ਬਲਾਤਕਾਰ ਕੀਤੇ ਗਏ। ਪਰ ਜਦੋਂ ਹੁਣ 15 ਅਗਸਤ ਨੂੰ ਜੋ ਇਹਨਾਂ ਨੇ ਮਨਾਇਆ, ਭਾਰਤ ਦੀ ਸਰਕਾਰ ਨੇ ਆਪਣਾ ਆਜ਼ਾਦੀ ਦਾ ਦਿਹਾੜਾ, ਉਹਨਾਂ 11 ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ। ਇਹ ਇੱਕ ਬੜਾ ਹੀ ਘਿਨਾਉਣਾ ਫੈਸਲਾ ਸੀ ਜਿਹਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਇਹ ਰਾਏ ਆਈ ਸੀ ਕਿ ਇਹ ਜਿਹੜਾ ਫੈਸਲਾ ਹੈ, ਇਹ ਜਿਹੜਾ ਰੇਪ ਦਾ ਫੈਸਲਾ ਹੈ, ਇਹ ਕਾਨੂੰਨ ਦਾ ਰੇਪ ਹੈ, ਭਾਵ ਕਿ ਬਲਾਤਕਾਰ ਦਾ ਜਿਹੜਾ ਫੈਸਲਾ ਹੈ ਇਹ ਕਾਨੂੰਨ ਦਾ ਆਪਣੇ ਆਪ ਦੇ ਵਿੱਚ ਬਲਾਤਕਾਰ ਹੈ। ਤਾਂ ਇਹੋ ਜਿਹੜੀ ਉੱਥੇ ਸਥਿਤੀ ਪੈਦਾ ਹੋਈ ਹੈ, ਦੇਖਦੇ ਹਾਂ ਕਿ ਉੱਥੇ ਔਰਤਾਂ ਦੇ ਵੱਲੋਂ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਮੁਜ਼ਾਹਰੇ ਕੀਤੇ ਗਏ ਆ। ਅਸੀਂ ਗੱਲ ਕਰਦੇ ਹਾਂ ਨਿਰਭਇਆ ਦੀ, ਜਿਹੜੀ ਕਿ ਦਿੱਲੀ ਬਸਤੇ ਵਿੱਚ ਇਸਦਾ 4 ਦੋਸ਼ੀਆਂ ਵੱਲੋਂ ਬਲਾਤਕਾਰ ਕੀਤਾ ਗਿਆ ਸੀ ਤੇ ਬਾਹਰ ਉਸਨੂੰ ਮਰਨ ਵਾਸਤੇ ਉਸ ਨੂੰ ਸੁੱਟ ਦਿੱਤਾ ਗਿਆ ਸੀ। ਇਹ ਜਿਹੜੀ ਸੀ ਬਿਲਕਿਸ ਬਾਨੋ, ਇਸ ਦੇ ਉੱਤੇ ਵੀ ਇਹੋ ਜਿਹੇ ਪਹਾੜ ਟੁੱਟੇ ਸਨ ਕਿ ਇਸ ਨੂੰ 10 ਸਾਲ ਆਪਣਾ ਜਿਹੜਾ ਇਨਸਾਫ ਲੈਣ ਵਾਸਤੇ ਜਦੋਜਹਿਦ ਕਰਨੀ ਪਈ ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਉਹਨਾਂ 11 ਦੋਸ਼ੀਆਂ ਨੂੰ ਥੋੜੀ ਦੇਰ ਦੇ ਬਾਅਦ ਹੀ ਉਹਨਾਂ ਨੂੰ ਰਿਹਾ ਕੀਤਾ ਗਿਆ। ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੇ ਬਹੁਤ ਸਾਰੇ ਜਿਹੜੇ ਬੰਦੀ ਸਿੰਘ ਨੇ ਪੰਜਾਬ ਦੀਆਂ ਜੇਲ੍ਹਾਂ ਵੀ ਡੱਕੇ ਹੋਏ ਨੇ, ਜਿਨ੍ਹਾਂ ਦਾ ਕੋਈ ਕਸੂਰ ਵੀ ਉਹਨਾਂ ਨੂੰ ਹੈ ਨਹੀਂ, ਉਮਰ ਕੈਦਾਂ ਵੀ ਭੋਗ ਚੁੱਕੇ ਆ, ਫਿਰ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਪਰ ਇਹਨਾਂ ਬਲਾਤਕਾਰੀਆਂ ਨੂੰ ਕਿਹੜੇ ਕਾਨੂੰਨ ਦੇ ਤਹਿਤ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਜਾਂ ਉੱਥੋਂ ਦਾ ਨਿਆਂਪਾਲਿਕਾ ਹੈ ਜਾਂ ਸੁਪਰੀਮ ਕੋਰਟ ਹੈ ਉਹ ਕਿਉਂ ਇਹਨਾਂ ਨੂੰ ਛੱਡ ਰਹੀ ਹੈ, ਇਹਦੇ ਬਾਰੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਥੋੜੀ ਹੋਰ ਇਨਵੈਸਟੀਗੇਸ਼ਨ ਕਰਕੇ, ਹੋਰ ਜਾਂਚ ਪੜਤਾਲ ਕਰਕੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂਗੇ। ਇੱਕ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ 2021 ਦਾ ਜਿਹੜਾ ਸਾਲ ਸੀ, ਜਿਹੜਾ ਪਿਛਲਾ ਸਾਲ ਸੀ, ਉਹ ਵੀ ਦੇਖਿਆ ਜਾਵੇ ਕਿ ਔਰਤਾਂ ਵਾਸਤੇ ਕੋਈ ਬਹੁਤ ਖੁਸ਼ਗਵਾਰ ਸਾਲ ਨਹੀਂ ਸੀ, ਬੜਾ ਹੀ ਮੰਦਭਾਗਾ ਅਸੀਂ ਸਾਲ ਕਹਿ ਸਕਦੇ ਹਾਂ ਕਿ ਸਾਲ 2021 ਦੇ ਵਿੱਚ 45,000 ਤੋਂ ਜ਼ਿਆਦਾ ਜਿਹੜੀਆਂ ਔਰਤਾਂ ਨੇ ਖੁਦਕੁਸ਼ੀ ਕੀਤੀ। ਉਹ ਕੀ ਕਾਰਨ ਹੋ ਸਕਦੇ ਹਨ ਕਿ ਅਸੀਂ ਜਿਹੜੀ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਕਹਿ ਕੇ ਗਏ ਸਨ ਕਿ ਸੋ ਕਿਉ ਬੰਦਾ ਆਖੀਏ ਜਿੱਤ ਜੰਮੇ ਰਾਜਾਨ, ਪਰ ਇਸ ਵੇਲੇ ਦੇਖਦੇ ਹਾਂ ਕਿ ਉਹਨਾਂ ਔਰਤਾਂ ਦੀ ਇਹ ਜਿਹੜੀ ਸਥਿਤੀ ਹੈਗੀ ਆ ਉਹ ਕਿਹੋ ਜਿਹੀ ਹੈ। ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਖੁਦਕੁਸ਼ੀ ਕਰਨਾ ਬਹੁਤ ਔਖਾ ਕੰਮ ਹੈ, ਬਹੁਤ ਔਖਾ ਕਦਮ ਹੈ ਕਿ ਔਰਤਾਂ ਉਹ ਕਿਵੇਂ ਉਹ ਕਦਮ ਉਠਾਉਂਦੀਆਂ ਹੋਣਗੀਆਂ। ਤੇ ਦੂਜੇ ਪਾਸੇ ਦੇਖਦੇ ਆ ਕਿ ਇਹ ਜਿਹੜੇ ਜਬਰ ਜਨਾਹ ਦੇ ਸਭ ਤੋਂ ਜਿਹੜੇ ਵੱਧ ਮਾਮਲੇ ਹੈਗੇ ਆ ਉਹ ਰਾਜਸਥਾਨ ਦੇ ਵਿੱਚ ਪਾਏ ਗਏ ਨੇ। ਬਹੁਤ ਸਾਰੇ ਲੋਕ ਸੋਚਦੇ ਹੋਣਗੇ ਸ਼ਾਇਦ ਯੂਪੀ ਦੇ ਵਿੱਚ ਹੈ, ਪਰ ਇਹ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਕੇਸ ਨੇ ਔਰਤਾਂ ਦੀ ਖੁਦਕੁਸ਼ੀ ਦੇ ਉਹ ਰਾਜਸਥਾਨ ਦੇ ਵਿੱਚ ਪਾਏ ਗਏ ਨੇ, ਜਿੱਥੇ ਕਿ 31,677 ਜਿਹੜੇ ਮਾਮਲੇ ਉਹ ਸਾਹਮਣੇ ਆਏ ਆ ਰਾਜਸਥਾਨ ਦੇ ਵਿੱਚ। ਬੜੀ ਹੀ ਡਰਾਉਣੀ ਤਸਵੀਰ ਅਸੀਂ ਕਹਿ ਸਕਦੇ ਹਾਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਉੱਥੋਂ ਦਾ ਜਿਹੜਾ ਕਾਨੂੰਨ ਹੈ ਜਾਂ ਜਿਹੜੇ ਲੋਕ ਨੇ, ਜਿਵੇਂ ਕੇਰਚੀ ਨੇ ਕਿਹਾ ਕਿ ਆਪਣੇ ਆਪ ਨੂੰ ਸਾਨੂੰ ਥੋੜਾ ਸੰਭਾਲਣ ਦੀ ਲੋੜ ਹੈ ਔਰ ਕਿਹੋ ਜਿਹਾ ਲੋਕ ਇਨਸਾਫ ਮੰਗਦੇ ਨੇ। ਅਗਰ ਦੇਖਦੇ ਆ ਕਿ ਕਿਸਾਨ ਦਿੱਲੀ ਦੇ ਵਿੱਚ ਉਸ ਕੇਂਦਰ ਸਰਕਾਰ ਨੂੰ ਝੁਕਾ ਸਕਦੇ ਆ ਤਾਂ ਲੋਕ ਇਕੱਠੇ ਹੋ ਕੇ ਇਹਨਾਂ ਅਪਰਾਧਾਂ ਦੇ ਖਿਲਾਫ ਵੀ ਇੱਕ ਜੰਗ ਵਿੱਢ ਸਕਦੇ ਆ, ਤਾਂ ਕਿ ਆਉਣ ਵਾਲੇ ਜਿੰਨੇ ਵੀ ਉਹਨਾਂ ਦੇ ਕਾਨੂੰਨ ਮੰਤਰੀ ਨੇ ਜਾਂ ਵਕੀਲ ਨੇ ਜਾਂ ਸੁਪਰੀਮ ਕੋਰਟ ਦੇ ਜੱਜ ਨੇ, ਉਹਨਾਂ ਨੂੰ ਅਹਿਸਾਸ ਹੋਵੇ ਕਿ ਉਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਔਰ ਭਾਰਤ ਦੇ ਵਿੱਚ ਜੇਲ੍ਹਾਂ ਦੀ ਵੀ ਘਾਟ ਨਹੀਂ ਹੋਵੇਗੀ ਕਿ ਉਹਨਾਂ ਲੋਕਾਂ ਨੂੰ ਉੱਥੇ ਰੱਖਿਆ ਜਾਵੇ ਜਿਹੜੇ ਕਿ ਬੜੀਆਂ ਘਿਨਾਉਣੀਆਂ ਹਰਕਤਾਂ ਕਰਦੇ ਨੇ ਜਾਂ ਅਪਰਾਧਿਕ ਮਾਮਲੇ ਕਰਦੇ ਨੇ। ਸੋ ਇਹ ਸੀ ਸਾਡਾ ਅੱਜ ਦਾ ਖਬਰਾਂ ਦਾ ਸਿਲਸਿਲਾ। ਤੇ ਆਓ ਅਸੀਂ ਤੁਹਾਨੂੰ ਇੱਕ ਵਾਰ ਫਿਰ ਯਾਦ ਦਵਾ ਦਈਏ ਕਿ ਜੋ ਬੈਲਫਾਸਟ ਦੀ ਅਸੀਂ ਫੇਰੀ ਲਾਈ ਸੀ, ਉਹਦੇ ਵਿੱਚ ਸਾਨੂੰ ਗੁਰੂ ਨਾਨਕ ਦਰਬਾਰ ਜੋ ਨਿੱਕਾ ਜਿਹਾ ਗੁਰਦੁਆਰਾ ਬੈਲਫਾਸਟ ਦੇ ਵਿੱਚ ਹੈ, ਉਸ ਦੇ ਵਿੱਚ ਬਹੁਤ ਹੀ ਪਿਆਰ ਵਿੱਚ ਰੰਗੀ ਹੋਈ ਸੰਗਤ ਦੇ ਦਰਸ਼ਨ ਹੋਏ, ਜਿਹਦੇ ਵਿੱਚ ਧਨਵੰਤ ਸਿੰਘ ਜੀ ਜਿਹੜੇ ਕਿ ਉੱਥੋਂ ਦੇ ਮੁੱਖ ਸੇਵਾਦਾਰ ਨੇ, ਨਿਰਮਲਾ ਕੌਰ ਜੀ ਜਿਹੜੀ ਗੁਲਾਬੀ ਚੁੰਨੀ ਵਿੱਚ ਹਨ, ਇਹਨਾਂ ਨੇ ਬਹੁਤ ਹੀ ਖੁੱਲੇ ਦਿਲ ਦੇ ਨਾਲ ਜਿਉਂ ਆਖਿਆ ਤੇ ਨਾਲ ਸਾਡੇ ਇੰਦੀ ਸੰਧੂ ਜੀ ਵੀ ਸਾਡੇ ਨਾਲ ਸਨ। ਤੇ ਇਹ ਨੌਜਵਾਨ ਬੜੀ ਉੱਥੇ ਦਿਲ ਲਾ ਕੇ ਸੇਵਾ ਕਰਦੇ ਆ। ਨਾਲ ਉਹਨਾਂ ਨੇ ਹੋਰ ਵੀ ਹੁਣ ਜਗ੍ਹਾ ਲਈ ਹੈ, ਉਹਦੇ ਬਾਰੇ ਵੀ ਤੁਹਾਨੂੰ ਅਸੀਂ ਥੋੜੀ ਜਾਣਕਾਰੀ ਹੋਰ ਦੇਵਾਂਗੇ। ਸੋ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ ਉਹਨਾਂ ਨੇ ਬੜੇ ਮਾਰਕੇ ਦੇ ਜਿਹੜੇ ਕੰਮ ਕੀਤੇ ਨੇ। ਤੇ ਸਾਡੇ ਕੋਲ ਸਮਾਂ ਹੁਣ ਥੋੜਾ ਰਹਿ ਗਿਆ ਤੇ ਮੈਂ ਚਾਹਾਂਗਾ ਆਪਣੀ ਟੀਮ ਨੂੰ ਅਸੀਂ ਕਬੱਡੀ ਦਾ ਮੈਚ ਜੋ
ਜਿਵੇਂ ਕਿ ਤੁਸੀਂ ਬਾਹਰ ਬੈਠ ਕੇ ਮੈਚ ਦੇਖਦੇ ਆ, ਤੁਹਾਨੂੰ ਇਹੋ ਜਿਹੀ ਫੀਲਿੰਗ ਹੋਵੇ, ਇਹੋ ਜਿਹਾ ਅਹਿਸਾਸ ਹੋਵੇ ਕਿ ਤੁਸੀਂ ਤੁਹਾਡੇ ਸਾਹਮਣੇ ਕਬੱਡੀ ਦੇ ਮੈਚ ਚੱਲ ਰਹੇ ਆ। ਔਰ ਬਾਰਕਿੰਗ ਦੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਖਾਸ ਤੌਰ ਤੇ ਬਾਰਕਿੰਗ ਕਬੱਡੀ ਕਲੱਬ ਦੇ ਪ੍ਰਬੰਧਕਾਂ ਦਾ ਅਸੀਂ ਗੱਲਬਾਤ ਕਰਦੇ ਹਾਂ ਕਿ ਜੋ ਉਹਨਾਂ ਨੇ ਇਹ ਬਹੁਤ ਵੱਡਾ ਇੱਕ ਪ੍ਰੋਗਰਾਮ ਉਲੀਕਿਆ, ਪਰ ਅਖੀਰ ਦੇ ਉੱਤੇ ਥੋੜੀ ਲੜਾਈ ਹੋਈ, ਜਿਸ ਕਰਕੇ ਮੇਰੇ ਖਿਆਲ ਬਹੁਤ ਸਾਰੇ ਦਰਸ਼ਕਾਂ ਨੂੰ ਨਿਰਾਸ਼ਾ ਵੀ ਹੋਈ ਆ। ਪਰ ਜਿਹੜਾ ਅਖੀਰਲਾ ਜਿਹੜਾ ਫਸਵਾਂ ਮੈਚ ਸੀ, ਜੇ ਦੇਖਿਆ ਜਾਵੇ, ਉਹ ਬਾਰਕਿੰਗ ਦੀ ਟੀਮ ਦਾ ਅਤੇ ਰੈਡਿੰਗ ਦੀ ਟੀਮ ਦੇ ਵਿਚਾਲੇ ਜਿਹੜਾ ਇਹ ਫਸਵਾ ਮੁਕਾਬਲਾ ਹੋਇਆ ਸੀ। ਅਸੀਂ ਦੇਖਦੇ ਹਾਂ ਕਿ ਤੁਹਾਡੇ ਸਾਹਮਣੇ ਇਹ ਜਿਹੜੀਆਂ ਤਸਵੀਰਾਂ ਇਸ ਵੇਲੇ ਚੱਲ ਰਹੀਆਂ ਨੇ, ਰਛਪਾਲ ਸਿੰਘ ਸ਼ੀਰਾ ਸੰਮੀਪੁਰ ਜਿਸ ਨੂੰ ਕਹਿੰਦੇ ਆ, ਤੇ ਉਹ ਰੈਫਰੀ ਕਰ ਰਹੇ ਆ। ਮੋਢੇ ਤੇ ਪਰਨਾ ਰੱਖਿਆ ਹੈ। ਬੁਲਹੈਂਪਟਨ ਦੇ ਬੜੇ ਹੀ ਪਲੇਅਰ ਸਨ, ਬੜੇ ਹੀ ਜੋਸ਼ੀਲੇ ਪਲੇਅਰ ਸਨ ਰਾਜਨ, ਤੇ ਇਹ ਹੈ ਜੀ ਕਲੀਮ ਜੱਟ, ਜੋ ਕਿ ਫੈਸਲਾਬਾਦ ਤੋਂ, ਪਾਕਿਸਤਾਨ ਦੀ ਧਰਤੀ ਤੋਂ ਇੱਥੇ ਬਰਤਾਨੀਆ ਵਿੱਚ ਪਹਿਲੀ ਵਾਰ ਇਹ ਮੈਚ ਖੇਡਣ ਆਇਆ ਹੈ। ਸੋ ਇਹ ਚਿੱਟੀਆਂ ਕੱਛਿਆਂ ਦੇ ਵਿੱਚ ਜਿਹੜੀ ਟੀਮ ਹੈ ਰੈਡਿੰਗ ਦੀ ਹੈ, ਤੇ ਇਹ ਜਿਹੜਾ ਧਾਵੀ ਹੈ ਬਾਰਕਿੰਗ ਦੀ ਟੀਮ ਦਾ, ਇਹ ਰੇਡ ਪਾਉਂਦਾ ਹੈ, ਅਸੀਂ ਦੇਖ ਰਹੇ ਹਾਂ। ਤੇ ਉਹ ਦੂਜੇ ਪਾਸੇ ਦੇਖਦੇ ਹਾਂ ਕਿ ਦਰਸ਼ਕਾਂ ਦੇ ਵਿੱਚ ਵੀ ਬੜਾ ਭਾਰੀ ਉਤਸ਼ਾਹ ਰਿਹਾ, ਬੜੇ ਹੀ ਜੇ ਕਹਿ ਦਈਏ ਕਿ ਫਸਵੇ ਜੱਫੇ ਲੱਗੇ, ਬੜਾ ਇਹਨਾਂ ਨੌਜਵਾਨਾਂ ਦੇ ਵਿੱਚ ਜੋਸ਼ ਦੇਖਣ ਨੂੰ ਮਿਲਿਆ। ਤੇ ਬਹੁਤ ਸਾਡੇ ਦਰਸ਼ਕਾਂ ਨੇ ਇਹ ਜਿਹੜੇ ਸਾਰੇ ਮੈਚ ਹਨ ਇਹ ਸਿੱਖ ਚੈਨਲ YouTube ਦੇ ਉੱਤੇ ਦੇਖੇ ਨੇ, ਪਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਵਾਰੀ ਕੱਲਾ ਮੈਚ ਤੁਹਾਨੂੰ ਸਕਰੀਨ ਦੇ ਉੱਤੇ ਅਸੀਂ ਦਿਖਾਵਾਂਗੇ, ਤਾਂ ਕਿ ਇੱਥੋਂ ਦੇ ਸਾਡੇ ਪ੍ਰਬੰਧਕ ਨੇ ਉਹਨਾਂ ਨੂੰ ਹੋਰ ਪਤਾ ਲੱਗੇ ਕਿ ਆਪਾਂ ਹੋਰ ਇਹਨਾਂ ਪ੍ਰੋਗਰਾਮਾਂ ਨੂੰ ਕਿੱਦਾਂ ਆਪਾਂ ਸੁਧਾਰ ਸਕਦੇ ਹਾਂ। ਸੋ ਪਿਆਰੇ ਦਰਸ਼ਕੋ, ਇਹ ਸੀ ਕਬੱਡੀ ਦਾ ਮੈਚ। ਸ਼ੁਰੂ ਵਿੱਚ ਤੁਹਾਨੂੰ ਅਸੀਂ ਮੇਲਾ ਦਿਖਾਇਆ, ਤੇ ਵਿੱਚ ਵਿਚਾਲੇ ਜਿਹੜੀਆਂ ਖਬਰਾਂ ਸਨ ਉਹ ਵੀ ਤੁਹਾਨੂੰ ਦਿਖਾਈਆਂ ਕਿ ਕਿੱਥੇ ਕੀ ਹੋ ਰਿਹਾ ਹੈ। ਤੇ ਆਓ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਲੋਕ ਡੁੱਬੇ ਨੇ ਉਹਨਾਂ ਨੂੰ ਰਾਹਤ ਮਿਲੇ, ਉਹਨਾਂ ਦੇ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਉੱਥੇ ਪਹੁੰਚ ਸਕਣ, ਤੇ ਦੇਖਾਂਗੇ ਕਿ ਜਿਹੜੇ ਪੰਜਾਬੀ ਉੱਥੇ ਹੋਰ ਜਾ ਕੇ ਕੀ ਕਰ ਰਹੇ ਨੇ। ਸੋ ਇਹਨਾਂ ਖਬਰਾਂ ਦੇ ਨਾਲ ਸ਼ਿੰਦਰਪਾਲ ਸਿੰਘ ਨੂੰ ਦਿਓ ਆਗਿਆ। ਇੱਥੇ ਹੀ ਵਿਦਾਇਗੀ ਦੀ ਫਤਿਹ ਬੁਲਾਉਂਦੇ ਹਾਂ। ਹੋਈਆਂ ਭੁੱਲਾਂ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।